ਨਾਲ ਮੌਜੂਦ ਨੇ ਰੁਪਿੰਦਰ ਕੌਰ ਜੀ, ਜਿਹੜੇ ਯੂਕਰੇਨ ਤੋਂ ਆਏ ਨੇ। ਯੁੱਧ ਦਾ ਸਮਾਂ ਸ਼ੁਰੂ ਹੋ ਗਿਆ ਸਾਰਿਆਂ ਨੂੰ, ਜਿੱਦਾਂ ਕਿ ਪਤਾ ਹੀ ਹੈ। ਅਸੀਂ ਉਹਨਾਂ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ, ਸ਼ੁਰੂ ਕਰਦੇ ਹਾਂ ਉਹਨਾਂ ਦੀ ਇੰਟਰੋਡਕਸ਼ਨ ਤੋਂ। ਇਹਨਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਹੈ ਰੁਪਿੰਦਰਜੀਤ ਕੌਰ। ਮੈਂ MBBS ਫਸਟ ਈਅਰ ਦੀ ਸਟੂਡੈਂਟ ਹਾਂ, ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਯੂਕਰੇਨ। ਤੁਸੀਂ ਕਦੋਂ ਮਤਲਬ ਗਏ ਕਦੋਂ? 25 ਨਵੰਬਰ 2021 ਨੂੰ ਮੇਰੀ ਫਲਾਈਟ ਸੀ। ਓਕੇ। ਜਦੋਂ ਤੁਸੀਂ ਇਹਦਾ ਕੋਰਸ ਕਰਨਾ ਸ਼ੁਰੂ ਕੀਤਾ, ਕਿਹੜਾ ਕੋਰਸ ਤੁਸੀਂ ਚੂਜ਼ ਕੀਤਾ ਇੱਥੋਂ? ਮੈਂ ਇੱਥੇ ਨੀਟ ਦਾ ਐਗਜ਼ਾਮ ਦਿੱਤਾ ਸੀਗਾ। ਉੱਥੇ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ ਕਿ ਨੀਟ ਐਗਜ਼ਾਮ ਕਲੀਅਰ ਹੋਣਾ ਚਾਹੀਦਾ ਹੈ। ਤੇ ਉਸ ਤੋਂ ਬਾਅਦ ਸਾਡੀ ਇੱਥੇ ਏਜੰਸੀ ਹੈ ਐਡੀਪੀਡੀਆ ਓਵਰਸੀਜ਼, ਉਹਨਾਂ ਨੂੰ ਆਪਣਾ ਰਿਜ਼ਲਟ ਦਿੱਤਾ। ਉਹਨਾਂ ਦੇ ਥਰੂ ਹੀ ਅਸੀਂ ਯੂਕਰੇਨ ਗਏ, ਉੱਥੇ MBBS ਲਈ ਅਪਲਾਈ ਕੀਤਾ। ਐਡਮਿਸ਼ਨ ਪ੍ਰੋਸੈਸ ਨੀਟ ਦਾ ਕਲੀਅਰ ਕਰਨ ਤੋਂ ਬਾਅਦ ਹੀ ਜਾ ਸਕਦੇ ਹਾਂ। ਨੀਟ ਦਾ ਐਗਜ਼ਾਮ ਕਲੀਅਰ ਹੋਣਾ ਚਾਹੀਦਾ। ਮਤਲਬ ਕਿ ਕਾਫੀ ਸਟੂਡੈਂਟ ਇਹ ਸੋਚਦੇ ਹੋਣੇ ਕਿ ਜੇ ਇੱਥੇ ਕੁਝ ਨਹੀਂ ਹੋਇਆ ਤਾਂ ਚਲੋ ਸਿੱਧਾ ਡਾਇਰੈਕਟ ਐਡਮਿਸ਼ਨ MBBS ਉੱਥੇ ਲੈ ਲੈਂਦੇ ਆ, ਪਰ ਇਦਾਂ ਦਾ ਸ਼ਾਇਦ ਕੁਝ ਹੈ ਨਹੀਂ। ਜਿੱਦਾਂ ਕਿ ਕਹਿ ਰਹੇ ਆ ਕਿ ਪਹਿਲਾਂ ਨੀਟ ਦਾ ਐਗਜ਼ਾਮ ਕਲੀਅਰ ਹੋਣਾ ਚਾਹੀਦਾ। ਨੰਬਰ ਚਲੋ ਰੈਂਕ ਥੋੜਾ ਥੱਲੇ ਆ ਗਿਆ ਤਾਂ ਉਹ ਓਬਵੀਅਸਲੀ ਥੱਲੇ ਹੀ ਆ ਗਿਆ ਹੋਣਾ, ਕਿਉਂਕਿ ਉੱਪਰ ਆਇਆ ਹੁੰਦਾ ਤਾਂ ਇੱਥੇ ਹੀ ਮਿਲ ਜਾਣੀ ਸੀ ਨਾ ਸੀਟ। ਇੱਥੇ ਪ੍ਰੋਬਲਮ ਇਹ ਹੈ ਕਿ ਅਗਰ ਤੁਸੀਂ ਜਨਰਲ ਕੈਟਾਗਰੀ ਦੇ ਹੋ, ਤੁਹਾਡੇ ਚਾਹੇ ਮਾਰਕਸ ਵੀ ਅੱਛੇ ਹੋਣ, ਕੱਟ ਆਫ ਬਹੁਤ ਹਾਈ ਹੁੰਦੀ ਹੈ। ਉਸ ਤੋਂ ਬਾਅਦ ਡਿਫਰੈਂਟ ਕੋਟਾ ਵੀ ਹੁੰਦੇ ਆ। ਤਾਂ ਜ਼ਿਆਦਾਤਰ ਜੋ ਜਨਰਲ ਕੈਟਾਗਰੀ ਦੇ ਹੁੰਦੇ ਉਹ ਫੋਰਨ ਚਲੇ ਜਾਂਦੇ ਆ, ਕਿਉਂਕਿ ਇੱਕ ਤਾਂ ਇੱਥੇ ਅਗਰ ਗਵਰਨਮੈਂਟ ਸੀਟ ਨਹੀਂ ਮਿਲੀ, ਪ੍ਰਾਈਵੇਟ ਕਾਲਜਸ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ। ਪ੍ਰਾਈਵੇਟ ਥੋੜੀ ਫੀਸ ਬਾਰੇ ਦੱਸੋ ਕਿ ਇੰਡੀਆ 'ਚ ਦਾ ਫੀਸ ਪ੍ਰਾਈਵੇਟ ਕਾਲਜ ਦੀ ਕਿੰਨੀ ਹੁੰਦੀ ਹੈ? ਮੋਰ ਦੈਨ 1 ਕਰੋੜ। 1 ਕਰੋੜ? ਯੈਸ। 1 ਕਰੋੜ ਇੱਕ ਪੂਰੇ ਕੋਰਸ ਦੀ ਜਾਂ ਸਾਲ ਦੀ? ਪੂਰੇ ਕੋਰਸ ਦੀ। ਪੂਰੇ ਕੋਰਸ ਦੀ 1 ਕਰੋੜ ਫੀਸ ਆ ਜੇ ਇੱਥੇ ਇੰਡੀਆ ਵਿੱਚ ਡਾਕਟਰ ਬਣਨਾ ਹੋਵੇ। ਹਾਂਜੀ। ਔਰ ਤੇ ਫਿਰ ਆਮ ਬੰਦਾ ਕਿੱਦਾਂ ਸੋਚ ਸਕਦਾ ਨਾ ਕਿ ਇੱਥੇ ਡਾਕਟਰ ਕਿੱਦਾਂ ਬਣਾ? ਮਿਡਲ ਕਲਾਸ ਫੈਮਿਲੀ। ਤੇ ਤੁਸੀਂ ਜਿੱਥੇ ਹੁਣ ਖਾਰਕਿਵ ਕਹਿ ਰਹੇ ਯੂਨੀਵਰਸਿਟੀ 'ਚ, ਉੱਥੇ ਫੀਸ ਕਿੰਨੀ ਹੈ? ਉੱਥੇ ਮੇਰੀ ਪੂਰੇ 6 ਸਾਲ ਦੀ ਲੱਗੇਗੀ 36 ਲੱਖ ਤੱਕ ਲੱਗੇਗੀ ਅਪਰੋਕਸੀਮੇਟਲੀ। ਮਤਲਬ ਕਿ 6 ਈਅਰ ਦੀ ਹੈਗੀ ਆ 36 ਲੱਖ। ਉਹ ਵੀ ਕਰੰਸੀ ਹੋਰ ਆ, ਹਾਇਰ ਲੈਵਲ ਦੀ ਕਰੰਸੀ। 36 ਲੱਖ ਰੁਪੀਸ ਵਿੱਚ। ਹਾਂ, ਰੁਪੀਸ ਵਿੱਚ ਬਣੀ ਹੈ। ਤੇ ਉਹਨਾਂ ਦੇ ਡਾਲਰ ਚੱਲਦੇ ਕੀ ਚੱਲਦਾ? ਪੇਮੈਂਟ ਅਸੀਂ ਉੱਥੇ ਉਹਨਾਂ ਦੀ ਯੂਨੀਵਰਸਿਟੀ ਫੀਸ ਅਸੀਂ ਡਾਲਰ ਵਿੱਚ ਕਰੀ ਦੀ। ਕਿੰਨੇ ਡਾਲਰ ਬਣੇ? ਟੋਟਲ ਡਾਲਰਸ ਜਾਂ ਫਿਰ ਟੋਟਲ ਨਹੀਂ ਟੋਟਲ ਆਫ ਜਿੱਦਾਂ ਮੇਰੇ ਫਸਟ ਈਅਰ ਦੇ ਤਾਂ $4800 ਹੈ, ਤਾਂ ਬਾਕੀ ਸੈਕੰਡ ਟੂ 6th ਈਅਰ ਇਜ਼ $4500। तो into 45 into मतलब एवरेज 4500 पर ईयर फीस हैगी है। ठीक है। जे ਅਸੀਂ ਦੇਖੀਏ ਕਿ ਡਾਲਰ ਉੱਥੇ 4500, ਉਹਨਾਂ ਦਾ 4500 ਹੀ ਹੈ ਨਾ। ਇੱਥੇ 4500 ਚ ਕਿਤੇ ਕੋਈ ਕੋਰਸ ਕਰ ਸਕਦਾ ਡਾਕਟਰੀ ਦਾ? ਕੋਈ ਕੋਰਸ $4500 into ਨਹੀਂ 4500 ਤਾਂ ਲੋਕਲ ਕਰੰਸੀ। ਇੱਥੇ ਦੀ 4500 ਲੋਕਲ ਕਰੰਸੀ ਹੋ ਗਈ 4500। ਨਹੀਂ ਕੁਝ ਕਿਤਾਬਾਂ ਹੀ ਨਹੀਂ ਆਈਆਂ ਪੂਰੀਆਂ ਇੱਥੇ ਨਹੀਂ ਕਰ ਸਕਦਾ ਨਾ। ਹਾਂ, ਇਹ ਬੜਾ ਔਖਾ ਕੰਮ ਆ। ਚਲੋ ਤੁਸੀਂ ਵੀ ਸਾਨੂੰ ਇਹ ਦੱਸੋ ਕਿ ਤੁਸੀਂ ਹੁਣ ਚੂਜ਼ ਕੀਤਾ ਯੂਕਰੇਨ ਪੜ੍ਹਨ ਲਈ MBBS, ਉਹ ਦੂਸਰਾ ਹੋਰ ਕੋਈ ਕੰਟਰੀ ਕਿਉਂ ਨਹੀਂ ਯੂਜ਼ ਕੀਤਾ? ਮਤਲਬ ਕਿ ਆਪਾਂ ਜਾਈਏ ਕਿਤੇ ਅਮਰੀਕਾ ਕੈਨੇਡਾ ਜਾਈਏ ਨਾ, ਉਹ ਕਿਉਂ ਨਹੀਂ ਕੀਤਾ? ਉਹ ਇਸ ਲਈ ਨਹੀਂ ਕੀਤਾ, ਯੂਕਰੇਨ ਇੱਕ ਤਾਂ ਸਾਡੇ ਬਜਟ 'ਚ ਸੀਗਾ, ਔਰ ਇਹਦੀ ਡਿਗਰੀ ਕਾਫੀ ਕੰਟਰੀਜ਼ 'ਚ ਵੈਲਿਡ ਹੋ ਜਾਂਦੀ ਹੈ। ਤਾਂ ਅਗਰ ਇਨ MBBS ਤੋਂ ਬਾਅਦ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਲਈ ਬਾਕੀ ਕੰਟਰੀਜ਼ 'ਚ ਅਪਲਾਈ ਕਰਾਂ ਤਾਂ ਮੈਨੂੰ ਫਾਇਦਾ ਹੋਵੇ। ਮਤਲਬ ਡਿਗਰੀ ਉਹਦੀ ਡਾਇਰੈਕਟ ਵੈਲਿਡ ਆ ਜਾਂ ਉੱਥੋਂ ਆ ਕੇ ਫਿਰ ਇੰਡੀਆ 'ਚ ਕੋਈ ਇੰਡੀਆ 'ਚ ਟੈਸਟ ਦੇਣਾ ਪੈਂਦਾ? MCA ਦਾ ਨੈਕਸਟ ਦਾ ਐਗਜ਼ਾਮ ਹੁੰਦਾ ਹੈ ਉੱਥੇ। ਇਨਫੈਕਟ ਸਾਡੇ 3 ਸਾਲ ਤੋਂ ਬਾਅਦ ਵੀ ਇੱਕ ਐਗਜ਼ਾਮ ਹੁੰਦਾ ਹੈ, ਕਰੌਕ ਐਗਜ਼ਾਮ। ਉਹ ਕਿੱਥੇ ਹੁੰਦਾ? ਉਹ ਵੀ ਉੱਥੇ ਹੁੰਦਾ। ਉਹ ਉੱਥੇ ਹੁੰਦਾ ਇੰਡੀਆ 'ਚ ਵੀ ਅੱਜ ਕੱਲ੍ਹ ਸ਼ੁਰੂ ਹੋ ਗਿਆ ਆਈ ਥਿੰਕ। ਬਾਕੀ ਕਰੌਕ ਦਾ ਐਗਜ਼ਾਮ ਹੁੰਦਾ ਹੈ। ਉਹਦਾ ਕੀ ਯੂਜ਼ ਆ? ਕਰੌਕ ਦਾ ਐਗਜ਼ਾਮ ਹੁੰਦਾ ਹੈ, ਕਲੀਅਰ ਕਰਨਾ ਹੁੰਦਾ, ਉਸ ਤੋਂ ਬਾਅਦ 4th ਈਅਰ 'ਚ ਤੁਸੀਂ ਜਾ ਸਕਦੇ। ਅੱਛਾ, ਤੁਸੀਂ ਅੱਗੇ ਤਾਂ ਜਾ ਸਕਦੇ ਆ, ਇਹ ਨਹੀਂ ਕਿ ਬਸ ਇੱਕ ਵਾਰ ਐਡਮਿਸ਼ਨ ਲੈ ਲਿਆ ਤੇ ਬਸ ਸਿੱਧੇ ਹੋ ਗਿਆ? ਨਹੀਂ, ਐਟ ਦੀ ਐਂਡ ਡਾਕਟਰ ਬਣਨਾ ਹੈ। ਠੀਕ। ਅੱਛਾ, ਬਾਕੀ ਕੰਟਰੀਜ਼ ਇਸ ਲਈ ਨਹੀਂ ਕਿਉਂਕਿ ਜਿੱਦਾਂ ਅਮਰੀਕਾ ਕੈਨੇਡਾ, ਉਹਨਾਂ ਦੇ ਵੀ ਉੱਥੇ ਦੀ ਕਰੰਸੀ ਜ਼ਿਆਦਾ ਹੈ ਨਾ, ਉੱਥੇ ਦਾ ਰਹਿਣ ਸਹਿਣ ਦਾ ਖਰਚਾ ਵੀ ਜ਼ਿਆਦਾ ਹੁੰਦਾ ਹੈ, ਔਰ ਬਜਟ 'ਚੋਂ ਵੀ ਮਤਲਬ ਉਹ ਕਾਸਟਲੀ ਸੀ। ਮਤਲਬ ਦੇਖਿਆ ਜਾਏ ਕਿ ਇਹਨਾਂ ਨੇ ਸਿਲੈਕਟ ਕੀਤਾ, ਇੱਕ ਤਾਂ ਬਜਟ ਦੇਖਿਆ, ਇੱਥੇ ਦੀ ਥੋੜੀ ਪਾਲਿਸੀਜ਼ ਜੋ ਹੈਗੀ ਹੈ ਜਨਰਲ ਜਾਂ ਦੂਸਰੀ ਕੈਟਾਗਰੀਜ਼ ਲਈ, ਉਹ ਸਾਰਾ ਕੁਝ ਚੂਜ਼ ਕਰਨ ਤੋਂ ਬਾਅਦ 'ਚ ਹੀ ਉੱਥੇ ਗਏ ਸੀ। ਹਾਂਜੀ। ਤੇ ਹੁਣ ਪੈਸੇ ਤਾਂ ਸਾਰਿਆਂ ਨੇ ਦੇਖਣੇ ਹੁੰਦੇ ਕਿ ਘੱਟ ਆ ਵੱਧ ਆ, ਬਜਟ ਦੇ ਹਿਸਾਬ ਨਾਲ। ਔਰ ਸਿਸਟਮ ਵੀ ਪੜ੍ਹਾਈ ਦਾ ਜੋ ਪੈਟਰਨ ਹੈ ਉੱਥੇ ਦੇ ਪੜ੍ਹਾਉਣ ਦਾ, ਉਹ ਵੀ ਇੰਡੀਆ ਨਾਲੋਂ ਥੋੜਾ ਅਲੱਗ ਹੈ ਔਰ ਅੱਛਾ ਹੈ।
ਉਹ ਚਲੋ ਅੱਛਾ, ਸਾਰਿਆਂ ਦਾ ਅਲੱਗ-ਅਲੱਗ ਸਿਸਟਮ ਹੁੰਦਾ, ਪਰ ਤੁਹਾਨੂੰ ਪਸੰਦ ਆਇਆ ਉਹ ਉੱਥੇ ਦਾ, ਬਹੁਤ ਜ਼ਿਆਦਾ ਅੱਛਾ ਉਹ ਹੈ। ਠੀਕ ਆ। ਤੇ ਆਪਾਂ ਜੇ ਹੁਣ ਗੱਲ ਕਰੀਏ ਕਿ ਤੁਸੀਂ ਹੁਣ ਬਾਹਰ ਸਿਚੁਏਸ਼ਨ ਉੱਥੇ ਹੋ ਗਈ ਆ ਤੇ ਕਾਫੀ ਸਟੂਡੈਂਟ ਹਜੇ ਤੱਕ ਫਸੇ ਵੀ ਪਏ ਆ ਨਾ ਉੱਥੇ, ਸਾਰੇ ਬਾਹਰ ਨਹੀਂ ਆ ਗਏ। ਤੁਸੀਂ ਥੋੜਾ ਟਾਈਮ ਤੋਂ ਪਹਿਲਾਂ ਜਿਹੜਾ ਬਾਹਰ ਸ਼ੁਰੂ ਹਜੇ ਹੋਈ ਸੀ ਤੇ ਤੁਸੀਂ ਆ ਗਏ, ਤਾਂ ਅਸੀਂ ਖੁਸ਼ ਹਾਂ ਕਿ ਸਾਡੇ ਨਾਲ ਬੈਠੇ ਨੇ, ਬੜੇ ਸਹੀ ਸਲਾਮਤ ਆ ਗਏ ਨੇ। ਪਰ ਸਿਰਫ ਸਿਹਤ ਦੇ ਪੱਖੋਂ ਦੇਖਣ ਨੂੰ ਲੱਗ ਰਹੇ ਨੇ, ਪਰ ਦਿਮਾਗ ਤੇ ਤਾਂ ਇਹਨਾਂ ਦੇ ਵੀ ਅਸਰ ਹੋਇਆ ਹੀ ਹੋਣਾ ਕਿ ਮੇਰਾ ਕਿ ਫਿਊਚਰ ਦੇ ਵਿੱਚ ਹੁਣ ਅੱਗੇ ਕੀ ਬਣੂਗਾ, ਕੀ ਕਰਾਂਗੇ ਕੀ ਨਹੀਂ ਕਰਾਂਗੇ। ਤਾਂ ਥੋੜਾ ਜਿਹਾ ਇਹਨਾਂ ਨੂੰ ਪੁੱਛਦੇ ਹਾਂ ਕਿ ਹੁਣ ਆਉਣ ਤੋਂ ਬਾਅਦ ਚ ਪਹਿਲਾਂ ਕੀ ਸਿਚੁਏਸ਼ਨ ਇਸ ਵੇਲੇ ਚੱਲ ਰਹੀ ਹੈ ਇਹਨਾਂ ਦੀ ਦਿਮਾਗ ਦੀ, ਫਿਰ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਹਾਂ ਵੀ ਉੱਥੇ ਕਿੱਦਾਂ ਸੀਗਾ, ਕਿ ਸਿਚੁਏਸ਼ਨ ਬਾਹਰ ਸਿਚੁਏਸ਼ਨ ਪਹਿਲਾਂ ਗੱਲ ਕਰਦੇ ਹਾਂ ਕਿ ਹੁਣ ਇਸ ਵੇਲੇ ਕੀ ਇਹ ਮਹਿਸੂਸ ਕਰ ਰਹੇ ਨੇ। ਅਗਰ ਤੁਸੀਂ ਪ੍ਰੋਬਲਮ 'ਚ ਹੋ, ਸਾਹਮਣੇ ਵਾਲਾ ਬੰਦਾ ਸਾਡੀ ਸਿਚੁਏਸ਼ਨ ਕਦੀ ਨਹੀਂ ਸਮਝਦਾ। ਅਗਰ ਸਾਹਮਣੇ ਵਾਲਾ ਵੀ ਇਨਸਾਨ ਪ੍ਰੋਬਲਮ 'ਚ ਹੈ, ਅਸੀਂ ਉਹਦੀ ਐਕਚੁਅਲ ਐਗਜ਼ੈਕਟ ਫੀਲਿੰਗ ਕਦੀ ਨਹੀਂ ਸਮਝ ਸਕਦੇ, ਕਦੀ ਨਹੀਂ ਸਮਝ ਸਕਦੇ। ਇਹ ਚੀਜ਼ ਫੈਕਟ ਹੈ, ਹੁੰਦਾ ਹੈ ਚੀਜ਼। ਮੁਹੱਲੇ ਵਾਲੇ ਕੋਈ ਆਏ ਸੀ ਮੈਨੂੰ ਫੋਨ ਸਭ ਦੇ ਆਏ ਮਿਲੇ ਵੀ, ਜਦੋਂ ਮੈਂ ਥੋੜਾ ਜਿਹਾ ਬਾਹਰ ਦਰਵਾਜ਼ੇ ਤੱਕ ਮੈਂ ਜਾਂਦੀ ਸੀ ਤੇ ਕੋਈ ਦੇਖ ਲੈਂਦਾ ਸੀ ਤੇ ਪੁੱਛਦਾ ਸੀ। ਕੋਈ ਜ਼ਿਆਦਾ ਨਹੀਂ, ਫਰੈਂਡ ਸਰਕਲ ਵਾਲੇ ਆਉਂਦੇ? ਉਹਨਾਂ ਨੇ ਮੇਰੀ ਨਾ ਨਿਊਜ਼ਪੇਪਰ 'ਚ ਫੋਟੋ ਦੇਖੀ ਸੀਗੀ ਤੇ ਛੋਟੇ ਛੋਟੇ ਬੱਚੇ ਮੇਰੇ ਨਾ ਨਿਊਜ਼ਪੇਪਰ ਲੈ ਕੇ ਆਏ ਸੀ ਘਰੇ। ਤੁਹਾਡੀ ਸੀ ਫੋਟੋ ਦੇਖੀ ਹੈ ਨਿਊਜ਼ਪੇਪਰ 'ਚ, ਫਿਰ ਮੈਂ ਦੱਸਿਆ ਕਿ ਇਦਾਂ ਨਾ ਵਾਰ ਹੋ ਗਈ, ਹੋਣ ਵਾਲੀ ਹੈ। ਅੱਛਾ, ਬੱਚੇ ਆਏ ਸੀ? ਉਹ ਕਿਹੜੇ ਬੱਚੇ ਆਏ ਸੀ? ਕਾਲੋਨੀ ਦੇ ਹੀ ਛੋਟੇ ਬੱਚੇ ਆਏ ਸੀ ਨਿਊਜ਼ਪੇਪਰ ਲੈ ਕੇ। ਓਕੇ ਓਕੇ ਓਕੇ। ਉਹਨਾਂ ਦੇ ਨਾਮ ਕੁਛ ਕਿਸੇ ਦੇ? ਨਾਮ ਇੱਕ ਕਸ਼ਿਸ਼ ਹੈ, कशिश है और जानवी है और बस यही चार ਬਾਕੀ ਨਾਮ ਨਹੀਂ ਪਤਾ ਉਹਨੂੰ। ਠੀਕ ਆ, ਬੱਚੇ ਵੀ ਮਤਲਬ ਕਿ ਉਹਨਾਂ ਨੂੰ ਵੀ ਪਤਾ ਕਿ ਵਾਰ ਚੱਲ ਰਹੀ ਹੈ ਤੇ ਇਹ ਆਏ ਉੱਥੋਂ। ਉਹਨਾਂ ਨੇ ਸਿਰਫ ਫੋਟੋ ਦੇਖੀ ਤੇ ਇਸ ਲਈ ਉਹ ਲੈ ਕੇ ਆਈ ਕਿ ਤੁਸੀਂ ਤੁਹਾਡੀ ਸਿਰਫ ਫੋਟੋ ਦੇਖੀ ਕਰ ਲਿਆ। ਠੀਕ ਹੈ, ਗਾਣੇ ਕਾਫੀ ਹੁਸ਼ਿਆਰ ਹੋ ਗਏ। ਦੇਖੋ ਮੈਨੂੰ ਗਏ ਨੂੰ 3 ਮਹੀਨੇ ਹੋਏ ਸੀਗੇ, तो सब तो पहले तो काफ़ी लोग इतना ही बोलते कि हुने तक गए सी इतनी जल्दी आ भी गए, और बहुत घट लोग हैं जो बोलोगे शुक्र है आ गए। हाँ, ये चीज़ है। पॉइंट ये है कि सबनों इस चीज़ की नॉलेज नहीं है, तो पूरी कमेंट और जजमेंट देने तो पहले नॉलेज और होनी चाहिए टॉपिक बारे, नॉलेज नहीं है। हाँ जी, ਲੋਕੀ ਮਤਲਬ ਕਿ ਆਪਣੇ ਹਿਸਾਬ ਨਾਲ ਇਹ ਜਿੱਦਾਂ ਸੋਚਦੇ ਨਾ ਕਿ ਇੱਕ ਵਾਰ ਬਾਹਰ ਗਿਆ ਤੇ ਬਸ ਹੁਣ ਤਾਂ ਕਰੋੜਪਤੀ ਬਣ ਕੇ ਹੀ ਆਏਗਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੜਨ ਗਿਆ ਹੈ, ਪੜੂਗਾ, ਕੰਪਲੀਟ ਕਰੂਗਾ ਕੋਰਸ, ਫੇਰ ਆਊਗਾ ਔਰ ਇਹ 3 ਮਹੀਨੇ 'ਚ ਹੀ ਵਾਪਸ ਆ ਗਿਆ ਤੇ ਲੋਕਾਂ ਦਾ ਕਹਿਣਾ ਕਿ ਬੜੀ ਛੇਤੀ ਆ ਗਿਆ ਤੂੰ ਵਾਪਸ, ਇਹ ਕੀ ਹੋਇਆ ਤੇਰੇ ਨਾਲ। ਕੁਝ ਮਜ਼ਾਕ ਵੀ ਸ਼ਾਇਦ ਉਡਾ ਰਹੇ ਇੱਦਾਂ ਜਿੱਦਾਂ ਮੈਨੂੰ ਇਹਨਾਂ ਨੇ ਦੱਸਿਆ ਨਾ। ਇਹ ਸ਼ਾਇਦ ਲੋਕਾਂ ਨੂੰ ਆਪਣਾ ਦਿਮਾਗ ਥੋੜਾ ਸੈੱਟ ਕਰਨ ਦੀ ਲੋੜ ਹੈ, ਮੈਂਟੈਲਿਟੀ ਬਦਲਣ ਦੀ ਲੋੜ ਆ, ਇਹਨਾਂ ਨੂੰ ਹਜੇ ਸਪੋਰਟ ਦੀ ਲੋੜ ਆ, ਕਿਉਂਕਿ ਇਹਨਾਂ ਦਾ ਸ਼ਾਇਦ ਮੈਂਟਲੀ ਟਰੋਮਾ ਝਟਕਾ ਦਾ ਲੱਗਦਾ ਹੀ ਹੈ, ਤੁਹਾਨੂੰ ਸ਼ਾਇਦ ਨਹੀਂ ਪਤਾ। ਬਾਹਰ ਤੋਂ ਜਦੋਂ ਬੰਬ ਡੇਗਣ ਲੱਗਦੇ ਨਾ ਫਿਰ ਸਿਚੁਏਸ਼ਨ ਕੁਝ ਹੋਰ ਹੋ ਜਾਂਦੀ ਹੈ, ਫਿਊਚਰ ਦੇ ਨਾਲ ਨਾਲ ਨਾ ਹੋਰ ਵੀ ਕਈ ਪ੍ਰੋਬਲਮ ਆ ਜਾਂਦੀਆਂ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਅਸੀਂ ਯੂਕਰੇਨ 'ਚ ਮਤਲਬ ਤੁਸੀਂ ਇੱਥੇ ਸੀਗੇ ਤਾਂ ਫਿਰ ਕਿੱਦਾਂ ਉੱਥੇ ਮਾਹੌਲ ਦਾ ਕਿੱਦਾਂ ਪਤਾ ਲੱਗਿਆ ਕਿ ਹੁਣ ਵਾਰ ਆਉਣ ਵਾਲੀ ਹੈ ਜਾਂ ਕੁਝ, ਕਿੱਦਾਂ ਪਤਾ ਲੱਗਾ? ਵਾਰ ਉੱਥੇ ਇੱਕਦਮ ਨੋਰਮਲ ਲਾਈਫ ਸੀ, ਉੱਥੇ ਕੋਈ ਕਹਿ ਨਹੀਂ ਸਕਦਾ ਕਿ ਵਾਰ ਹੋਏਗੀ, ਕਿਉਂਕਿ ਆਮ ਲੋਕ ਮਤਲਬ ਸਾਡੇ ਟੀਚਰਸ ਕਦੀ ਸਾਨੂੰ ਕਹਿੰਦੇ ਨਹੀਂ ਸੀ ਕਿ ਵਾਰ ਹੋ ਸਕਦੀ। ਇਨਫੈਕਟ फैमिली ने क्या, पेरेंट्स ने क्या कि ना न्यूज़ आ रही है कि रशिया ने अपने ट्रूप्स बॉर्डर वाल कर ले है, और फिर बाद में न्यूज़ ये भी आई कि अमेरिका ने अपने ट्रूप्स कर ले है, फिर न्यूज़ ये भी आती कि रशिया ने अपने ट्रूप्स वापस भी ले ले। एडवाइजरी भी आई इंडियन एम्बेसी दी, उन्होंने सानू एम्बेसी ने सानू ऑप्शन दी कि ये सीगा कि अगर तुहाडा यूक्रेन में ज़्यादा ज़रूरी कुछ नहीं है तुसीं यूक्रेन छड्ड सकदे हो। ਅਸੀਂ ਉੱਥੇ ਪੜ੍ਹਨ ਗਏ, ਸਾਡੀ ਕਲਾਸਿਸ ਆਫਲਾਈਨ ਹੀ ਸੀ ਤੇ ਅਸੀਂ ਪੜ੍ਹਾਈ ਛੱਡ ਕੇ ਕਿੱਦਾਂ ਆ ਜਾਂਦੇ। ਹਾਂ, ਜੈਸਾ ਤੁਸੀਂ ਵੀ ਸੁਣਿਆ ਹੋਣਾ ਸਾਰਿਆਂ ਨੇ ਕਿ ਨਿਊਜ਼ ਦੇ ਵਿੱਚ ਆ ਰਿਹਾ ਸੀ ਕਿ ਐਮਬੈਸੀ ਇੰਡੀਆ ਦੀ ਸਟੂਡੈਂਟਸ ਨੂੰ ਕਹਿ ਰਹੀ ਹੈ ਜਾਂ ਬਾਕੀ ਇੰਡੀਅਨਸ ਨੂੰ ਉੱਥੇ ਰਹਿੰਦੇ ਕਹਿ ਰਹੀ ਕਿ ਤੁਸੀਂ ਆਪਣਾ ਕੋਈ ਜ਼ਰੂਰੀ ਨਹੀਂ ਹੈਗਾ ਤੇ ਵਾਪਸ ਆ ਜਾਓ। ਤੇ ਜਿਹੜਾ ਸਟੂਡੈਂਟ ਪੜ੍ਹਨ ਗਿਆ ਉਹਦੇ ਲਈ ਪੜ੍ਹਾਈ ਤੋਂ ਜ਼ਰੂਰੀ ਕੁਝ ਹੋਰ ਹੈ ਨਹੀਂ, ਔਰ ਇਹਨਾਂ ਦੀ ਕਲਾਸਿਸ ਆਫਲਾਈਨ ਆ। ਆਫਲਾਈਨ ਮੀਨਸ ਕਿ ਤੁਸੀਂ ਕਲਾਸਰੂਮ 'ਚ ਜਾ ਕੇ ਪੜ੍ਹ ਰਹੇ ਹੋ, ਤੇ ਉੱਥੇ ਜਾ ਕੇ ਜੇ ਪੜ੍ਹ ਰਹੇ ਹੋ ਫਿਰ ਵਾਪਸ ਕਿੱਦਾਂ ਆ ਸਕਦੇ ਨਾ। ਤਾਂ ਇਸ ਕਰਕੇ ਇਹ ਉੱਥੇ ਹੀ ਸੀਗੇ ਹਜੇ, ਉੱਥੋਂ ਜਦੋਂ ਮਾਹੌਲ ਬਣਨਾ ਸ਼ੁਰੂ ਹੋਇਆ ਤਾਂ
ਉਸ ਤੋਂ ਅੱਗੇ ਫਿਰ ਕਿੱਦਾਂ? ਉਸ ਤੋਂ ਬਾਅਦ ਮਤਲਬ ਬਸ ਰੋਜ਼ ਘਰ ਦੇ ਕਹਿੰਦੇ ਸੀ ਅੱਜ ਨਾ ਨਿਊਜ਼ 'ਚ ਇਹ ਦਿਖਾ ਰਿਹਾ ਕਿ ਰਸ਼ੀਆ ਨੇ ਆਪਣੇ ਟਰੂਪਸ ਵਧਾ ਲਏ। ਮੈਂ ਆਪਣੀ ਨਾ ਲੋਕਲ ਅਸੀਂ ਅਜੇ ਨਾ ਨਹੀਂ ਜਾਣਦੇ ਲੋਕਾਂ ਨੂੰ, ਇਨਫੈਕਟ ਲੈਂਗੁਏਜ ਬੈਰੀਅਰ ਵੀ ਉੱਥੇ ਦੀ ਲੈਂਗੁਏਜ ਅਸੀਂ ਸਿਰਫ ਸਟਾਰਟ ਹੀ ਕੀਤੀ ਸੀ ਸਿੱਖਣਾ। तो मैं अपने एक टीचर नाल गल की कि फैमिली प्रेशर पा रही है कि इंडिया आ जाओ, तो मैं बोल रही कि किद्दां मैं इंडिया आ जा क्योंकि क्लासेस ऑनलाइन नहीं की। तो उन्होंने कहा सीगा कि हर साल इदा होंदा है, हर साल गल्लां चलदियां हैं ते इन्नी टेंशन वाली गल नहीं। इनफैक्ट जिस दिन मेरा लास्ट डे सी 21 फेब नूं, मैं उस तो नैक्सट डे मेरी 22 दी मेरी फ्लाइट सी। मेरी टीचर ने मैनूं यही कहा कि डोंट वरी, कोई वॉर नहीं, कुछ नहीं होना। ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਲੈਂਗੁਏਜ ਬੈਰੀਅਰ ਉਹ ਤਾਂ ਫੋਰਨ ਕੰਟਰੀ 'ਚ ਹੁੰਦਾ ਹੀ ਆ, ਉੱਥੇ ਕਿਹੜੀ ਲੈਂਗੁਏਜ ਚੱਲਦੀ? यूक्रेनियन और रशियन भी चलती है, बट यूक्रेनियन सानू सिखाई जाती है, यूक्रेनियन ज़्यादा है। ਯੂਕਰੇਨੀਅਨ ਐਂਡ ਰਸ਼ੀਅਨ ਲੈਂਗੁਏਜ ਮਿਕਸ ਚੱਲਦੀ ਆ ਉੱਥੇ, ਮੇਨ ਯੂਕਰੇਨੀਅਨ ਲੈਂਗੁਏਜ ਆ। ਤੇ ਜਿਹਦਾ ਹਜੇ ਬੈਰੀਅਰ ਵੀ ਸੀਗਾ ਕਿਉਂਕਿ ਹਜੇ ਨਵੇਂ ਗਏ ਆ ਤਾਂ ਸਿੱਖਣਾ ਸ਼ੁਰੂ ਕੀਤਾ ਸੀ, ਤੇ ਲੋਕਲ ਕੀ ਨਿਊਜ਼ 'ਚ ਆ ਰਿਹਾ ਉਹ ਸ਼ਾਇਦ ਇਹਨਾਂ ਨੂੰ ਇੰਨਾ ਪਤਾ ਨਹੀਂ ਲੱਗਦਾ ਸੀ। ਫਿਰ ਇਹਨਾਂ ਨੇ ਆਪਣੇ ਟੀਚਰਸ ਨਾਲ ਗੱਲ ਕੀਤੀ ਕਿ ਹਾਂ ਜੀ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ, ਘਰ ਦੇ ਵੀ ਕਹਿ ਰਹੇ ਆ, ਨਿਊਜ਼ 'ਚ ਤੁਸੀਂ ਵੀ ਸੁਣਿਆ ਹੋਣਾ ਕਿ ਲੜਾਈ ਹੋਣ ਵਾਲੀ ਆ। ਤੇ ਇੱਧਰ ਤਾਂ ਹੋ ਹੀ ਗਿਆ ਸੀ ਕਿ ਬਸ ਪਤਾ ਨਹੀਂ ਕਦੋਂ ਲੜਾਈ ਹੋ ਜਾਣੀ, ਤਾਂ ਘਰ ਦੇ ਥੋੜ੍ਹੇ ਚਿੰਤਿਤ ਵੀ ਸੀ ਸਾਰਿਆਂ ਦੇ। ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਕਿ ਤੂੰ ਵਾਪਸ ਆ ਜਾ, ਤੇ ਆਪਣੀ ਟਿਕਟ ਵੀ ਇਹਨਾਂ ਨੇ ਕਰਾ ਦਿੱਤੀ ਸੀ। ਤੇ ਸੋ ਇਹ ਟਿਕਟ ਆਪਣੀ ਟਾਈਮ ਤੋਂ ਪਹਿਲਾਂ ਹੀ ਮੇਰੇ 21 ਫੈਬਰੀ 22 ਫੈਬਰੀ ਹਾਂਜੀ ਉਹਦੇ ਰਿਗਾਰਡਿੰਗ ਇਹ ਉੱਥੇ ਜਦੋਂ ਸੀਗੇ ਇਹਨਾਂ ਨੇ ਥੋੜ੍ਹੀਆਂ ਮੈਨੂੰ ਵੀਡੀਓ ਵੀ ਸ਼ੇਅਰ ਕੀਤੀਆਂ, ਤੇ ਉਹ ਮੈਂ ਤੁਹਾਨੂੰ ਦਿਖਾ ਦਿੰਦਾ। Hello, we are students of Sumi State University. It's the 10th day of war. Today we got news that Russia has announced ceasefire to open the humanitarian corridor for two cities. One of them is Mariupol, which is 600 kilometers away from Sumi. Since morning we are constantly listening to bombarding, shelling, street fights. We are afraid. We have awaited a lot and we cannot wait anymore. We are risking our life. We are moving towards border. If anything happens to us, all the responsibility will be for government and Indian embassy. If anything happens to us, to anyone, Mission Ganga will be a biggest failure. This is the last video from the Sumi State University students, and we are just risking our life and we are just going to this border which Russia has opened. So this will be our last request and last video, guys. Just pray for us, and government please let you guys know that we are just moving from our own risk. This is our last video. ਕਰਦੇ ਆ ਕਿ ਜਿਹੜੀ ਐਮਬੈਸੀ ਇੰਡੀਆ ਦੀ ਹੈ, ਜਦੋਂ ਤੁਸੀਂ ਨਹੀਂ ਜਾਂ ਤੁਹਾਡੇ ਫਰੈਂਡਸ ਨੇ ਉਹਨਾਂ ਨੂੰ ਕੰਟੈਕਟ ਕੀਤਾ, ਉਹਨਾਂ ਤੁਹਾਡੇ ਅਜੇ ਵੀ ਕੰਟੈਕਟ 'ਚ ਹੋਣੇ ਨਾ ਫਰੈਂਡਸ, ਤੇ ਉਹ ਕੀ ਐਮਬੈਸੀ ਹੁਣ ਕੀ ਰਿਐਕਸ਼ਨ ਦੇ ਰਹੀ ਆ ਉਹ ਬੱਚਿਆਂ ਨੂੰ? ਉਸ ਟਾਈਮ ਪਤਾ ਐਮਬੈਸੀ ਦੀ ਇੱਕ ਐਡਵਾਈਸਰੀ ਆਈ ਸੀ ਕਿ ਅਸੀਂ ਇੰਡੀਅਨ ਗਵਰਨਮੈਂਟ ਵਿਲ ਪ੍ਰੋਵਾਈਡ ਸਪੈਸ਼ਲ ਫਲਾਈਟਸ 22, 24, 26 ਫੈਬ ਨੂੰ ਇੱਕ ਫਲਾਈਟ ਇੱਕ ਦਿਨ ਦੀ 에ਅਰ ਇੰਡੀਆ ਦੀ। ਇਹ ਐਡਵਾਈਸ ਫਲਾਈਟ ਇੱਕ ਦਿਨ ਦੀ 에ਅਰ ਇੰਡੀਆ ਔਰ ਉਹ ਵੀ ਰੈਗੂਲਰ ਕੁਝ ਆਈਡੀਆ ਦੱਸ ਸਕਦੇ ਕਿ ਕਿੰਨੇ ਸਟੂਡੈਂਟ ਸੀਗੇ ਉੱਥੇ ਇੰਡੀਆ ਦੇ? ਸਟਾਰਟ ਜਦੋਂ ਮੈਂ ਗਈ ਹਾਂਜੀ। ਜਿਸ ਫਲਾਈਟ 'ਚ ਉਹ ਆਈ ਥਿੰਕ ਸਾਡੀ ਬੱਸ ਸੀਗੀ ਨਾ 50 ਕੁ ਬੱਚੇ ਗਏ ਹੁੰਦੇ ਸੀ। ਉਦੋਂ 50 ਤਾਂ ਯੂਨੀਵਰਸਿਟੀ 'ਚ ਕਾਫੀ ਹੋਣੇ ਸਟੂਡੈਂਟ ਤਾਂ? ਯੂਨੀਵਰਸਿਟੀ ਵਿੱਚ ਤਾਂ ਫਸਟ ਈਅਰ 'ਚ ਹੀ ਹਜ਼ਾਰਾਂ 'ਚ ਬੱਚੇ ਹੁੰਦੇ ਆ ਔਰ 6th ਈਅਰ ਤੱਕ ਦੇ ਬੱਚੇ ਹੁੰਦੇ ਆ। ਤਾਂ ਟੋਟਲ ਮਿਲਾ ਕੇ ਕੁੱਲ ਲਗਭਗ ਕਿੰਨੇ ਹੋਣਗੇ, ਕੋਈ ਆਈਡੀਆ? ਨੀਅਰਲੀ 1 ਲੱਖ ਕਹਿ ਲਓ ਤੁਸੀਂ। ਇੰਨੇ ਸਟੂਡੈਂਟ? ਕਿਉਂਕਿ ਯੂਨੀਵਰਸਿਟੀ ਹੈ ਉੱਥੇ ਫਿਰ ਉਹ ਇੰਡੀਆ ਤੋਂ ਇਲਾਵਾ ਹੋਰ ਕੰਟਰੀਆਂ ਦੇ ਵੀ ਨੇ ਨਾ? 48 ਕੰਟਰੀਜ਼ ਦੇ ਬੱਚੇ। 48 ਕੰਟਰੀਜ਼ ਦੇ ਜੇ ਤੁਸੀਂ 50 ਦੇ ਹਿਸਾਬ ਨਾਲ ਵੀ ਲਾ ਲਓ 2500 ਤਾਂ ਅਪਰੋਕਸੀਮੇਟਲੀ ਇਹੀ ਬਣਦੇ ਪਏ ਆ ਫਸਟ ਈਅਰ ਦੇ। ਤਾਂ ਬਾਕੀ ਵੀ ਇਦਾਂ 6 ਇਅਰਸ ਚੱਲਦੇ ਪਏ ਆ, ਤਾਂ ਉਹਨਾਂ ਦੇ ਕਿੰਨੇ ਸਟੂਡੈਂਟ ਹੋਣਗੇ? ਤਾਂ ਸਾਰਿਆਂ ਦੀ ਐਮਬੈਸੀਆਂ ਦੀ ਰਿਐਕਸ਼ਨ ਇਦਾਂ ਹੀ ਸੀ ਕਿ ਬਸ ਇੱਕ ਫਲਾਈਟ ਭੇਜਾਂਗੇ? ਨਹੀਂ, ਇਨਫੈਕਟ ਅਮਰੀਕਾ ਨੇ ਇੱਕ ਡੈਡਲਾਈਨ ਦਿੱਤੀ ਸੀ ਆਪਣੇ ਬੱਚਿਆਂ ਨੂੰ ਕਿ ਇੰਨੀ ਡੇਟ ਤੱਕ ਤੁਸੀਂ ਸਭ ਨੇ ਵਾਪਸ ਆ ਜਾਣਾ ਹੈ। ਉਹ ਲੋਕ ਚਲੇ ਗਏ, ਟਰਕੀ ਦੇ ਬੱਚੇ ਵੀ ਚਲੇ ਗਏ। ਟਰਕੀ ਔਰ ਅਮਰੀਕਾ ਨੇ ਆਪਣਾ ਸਟੈਪ ਜ਼ਿਆਦਾ ਸਖਤ ਲੈ ਗਏ, ਉਹਨਾਂ ਨੂੰ ਪਤਾ ਸੀ ਕਿ ਕੀ ਹੋਣ ਵਾਲਾ, ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਾਪਸ ਬੁਲਾ ਲਿਆ ਟਾਈਮ ਤੋਂ ਪਹਿਲਾਂ ਹੀ। ਪਰ ਜਿਹੜੀ ਇੰਡੀਅਨ ਐਮਬੈਸੀ ਨੇ ਕੁਝ ਖਾਸ ਰਿਐਕਸ਼ਨ ਨਹੀਂ ਦਿੱਤਾ। 1 plane in a day। ਪਲੇਨ ਤੋਂ ਗੱਲ ਮੈਂ ਪੁੱਛਣਾ ਚਾਹੁੰਦਾ ਕਿ ਫੀਸ ਜਿਹੜੀ ਹੁਣ ਟਿਕਟ ਦੀ ਤੇ ਉਹਦਾ ਕੀ ਬਣਿਆ, ਉਹ ਕਿੰਨੇ ਦੀ ਸੀ? ਟਿਕਟ ਜਦੋਂ ਤੁਸੀਂ ਗਏ ਉਦੋਂ ਕਿੰਨੇ ਦੀ ਸੀ? ਜਦੋਂ ਮੈਂ ਗਈ ਸੀ ਮੈਂ 에ਅਰ ਅਰੇਬੀਆ ਦੇ ਥਰੂ, ਸਾਡੇ ਏਜੰਸੀ ਦੇ ਥਰੂ ਗਈ ਸੀ, ਐਡੂਪੀਡੀ ਓਵਰਸੀਜ਼ ਦੇ ਥਰੂ। ਉਹ 36,500 ਦੀ ਸੀ। 36,500 ਦੀ ਵਨ ਸਾਈਡਡ ਇੰਡੀਆ ਟੂ ਯੂਕਰੇਨ ਸੀ? ਉਹ ਕਨੈਕਟਡ ਫਲਾਈਟ ਸੀ ਐਕਚੁਅਲੀ, ਇੰਡੀਆ ਟੂ ਸ਼ਾਰਜਾ ਟੂ ਓਕੇ ਮਤਲਬ ਇੱਕ ਸਾਈਡ ਪ੍ਰਾਈਸ ਤਾਂ ਇਹੀ ਸੀਗਾ ਨਾ 36,500। ਤੇ ਜਦੋਂ ਤੁਸੀਂ ਵਾਪਸ ਆਏ ਫਿਰ ਕਿੰਨਾ ਟਿਕਟ ਚਾਰਜ ਲੱਗਾ? ਉਹ ਮੇਰੇ ਲੱਗੀ 61,000।
31,000 ਵਾਪਸ ਆਉਂਦੇ ਆ ਤੇ ਜਾਣ ਦੇ 36 ਤੁਸੀਂ ਆਪ ਹਿਸਾਬ ਲਾ ਲਓ ਅਪਰੋਕਸੀਮੇਟਲੀ ਡਬਲ ਹੀ ਆ। ਇਹ ਇਦਾਂ ਕਿਉਂ ਹੋਇਆ? ਇਨ ਫੈਕਟ ਸੇਮ ਫਲਾਈਟ ਸੇਮ ਡੇ ਦੀ ਸਭ ਦੀ ਅਲੱਗ-ਅਲੱਗ ਰੇਟ ਸੀ। ਮੇਰਾ ਗਰੁੱਪਮੇਟ ਸੀ, ਉਹਨੇ 2 ਘੰਟੇ ਪਹਿਲਾਂ ਮੇਰੇ ਤੋਂ ਬੁੱਕ ਕਰਾਈ, ਉਹਦੀ 53,000 ਸਮਥਿੰਗ ਦੀ, ਔਰ ਜਦੋਂ ਮੈਂ ਕਰਾਈ ਉਸ ਤੋਂ 1.5 ਘੰਟੇ ਬਾਅਦ 1,05,000 ਰੇਟ ਹੋ ਗਿਆ। ਮਤਲਬ ਕਿ ਜੇ ਇਹ ਉਦੋਂ ਨਾ ਟਿਕਟ ਲੈਂਦੇ ਤਾਂ ਇਹਨਾਂ ਨੂੰ ਥੋੜੀ ਦੇਰ ਬਾਅਦ 1 ਲੱਖ ਦੀ ਪੈਣੀ ਸੀ ਤੇ ਇੰਨਾ ਮਾਰਜਨ ਇੱਕ ਦਿਨ ਦੇ ਵਿੱਚ ਹੀ 에ਅਰ ਜਿਹੜੀ ਇੱਕ ਫਲਾਈਟ ਸੇਮ ਫਲਾਈਟ ਜਿਹੜੇ ਆਪਣੇ ਜੋ ਵੀ ਸਟੂਡੈਂਟਸ ਆ ਉਹ ਜਿਹੜੀ ਫਲਾਈਟਾਂ ਲੈ ਰਹੇ ਆ, ਇੱਕ ਤਾਂ ਉਹ ਆਪਣਾ ਸਾਰਾ ਨੁਕਸਾਨ ਕਰਕੇ ਵਾਪਸ ਆ ਰਹੇ ਆ, ਉੱਤੋਂ ਫਲਾਈਟਸ ਉਹਦਾ ਫਾਇਦਾ ਲੈ ਰਹੀ ਆ ਕਿ ਟਿਕਟ ਦਾ ਰੇਟ ਡਬਲ ਟ੍ਰਿਪਲ ਤੋਂ ਵੀ ਕਰਕੇ। ਇਹ ਤਾਂ ਇਹਨਾਂ ਨੂੰ ਪਤਾ ਨਾ ਕਿ 1 ਲੱਖ ਰੁਪਏ ਆਊਗੀ, ਉਸ ਤੋਂ ਬਾਅਦ ਵਾਲਿਆਂ ਦੀ ਮੈਨੂੰ ਪਤਾ ਨਹੀਂ, ਸ਼ਾਇਦ 2 ਵੀ ਹੋ ਗਈ ਹੋਵੇ। ਤਾਂ 에ਅਰ ਇੰਡੀਆ ਤਾਂ ਨਹੀਂ ਮੈਂ ਕਹਿ ਸਕਦਾ ਕਿ ਸਾਰੀਆਂ ਫਲਾਈਟਾਂ ਨੇ ਰੇਟ ਆਪਣੇ ਵਧਾਤੇ, ਜੋ ਕਿ ਕੋਈ ਖਾਸ ਐਪਰੀਸ਼ੀਏਬਲ ਥਿੰਗ ਤਾਂ ਨਹੀਂ ਹੈਗੀ ਨਾ, ਕਿਉਂਕਿ ਜਿਹੜਾ ਫਸਿਆ ਉਹਨੂੰ ਬਚਾਉਣਾ ਸੀਗਾ। ਇੰਡੀਆ ਵਾਲੇ ਤਾਂ ਕਹਿ ਰਹੇ ਕਿ ਅਸੀਂ ਫ੍ਰੀ ਸਟੂਡੈਂਟਸ ਨੂੰ ਲੈ ਕੇ ਆ ਰਹੇ ਹਾਂ। ਪਤਾ ਕੀ ਹੈ, ਜਿਹੜੀ ਉਹ ਐਡਵਾਈਸਰੀ ਆਈ ਸੀ ਨਾ ਪਹਿਲਾਂ ਕਿ ਅਸੀਂ ਇੰਡੀਅਨ ਗਵਰਨਮੈਂਟ ਨੇ 3 ਦਿਨ ਫਲਾਈਟਸ ਚਲਾਉਣੀਆਂ, ਉਹ ਮੈਨੂੰ ਮੰਮਾ ਨੇ ਪਹਿਲਾਂ ਪੁੱਛਿਆ ਕਿ ਉਹਨਾਂ ਫਲਾਈਟਸ ਆ ਜਾਓ, ਬਲਕਿ ਮੈਂ ਮਨਾ ਕਰ ਰਹੀ ਸੀ। ਮੈਂ ਕਹਿ ਰਹੀ ਸੀ ਕਿ ਕਲਾਸਿਸ ਸਾਡੀ ਆਨਲਾਈਨ ਹੋਈਆਂ ਨਹੀਂ, ਔਰ ਮੇਰੇ ਕੋਲ TR ਜੋ ਕਿ ਟੈਂਪਰੇਰੀ ਰੈਜ਼ੀਡੈਂਸ ਕਾਰਡ ਹੁੰਦਾ ਹੈ, ਉਹ 6 ਸਾਲ ਦੀ ਮੈਂ ਲੈਣਾ ਸੀਗਾ। ਮੈਂ ਅਪਲਾਈ ਕੀਤਾ ਹੋਇਆ ਸੀਗਾ ਇਮੀਗ੍ਰੇਸ਼ਨ ਆਫਿਸ 'ਚ, ਮੈਂ ਜਾ ਕੇ ਲੈ ਕੇ ਆਉਣਾ ਸੀਗਾ, ਉਹ ਵੀ ਮੈਨੂੰ ਅਜੇ ਮਿਲਿਆ ਨਹੀਂ ਸੀਗਾ, ਤੇ ਮੈਂ ਆਉਣਾ ਹੀ ਨਹੀਂ ਚਾਹੁੰਦੀ ਸੀ। ਮੈਂ ਬੋਲ ਰਹੀ ਸੀ ਮੈਂ 24 ਨੂੰ ਆ ਜਾਊਂਗੀ, ਬਟ ਮੇਰੇ ਮਾਮਾ ਜੀ ਹੈਗੇ, ਉਹਨਾਂ ਨੇ ਮੰਮਾ ਨੂੰ ਕਿਹਾ ਕਿ ਨਹੀਂ, ਕੰਡੀਸ਼ਨ ਬੁਰੀ ਹੋ ਸਕਦੀ ਹੈ, ਫਟਾਫਟ ਬੁਲਾਓ। ਫਿਰ ਮੈਂ ਤੇ ਮੇਰੀ 2 ਹੋਰ ਦੋਸਤ ਫਰੈਂਡਸ ਹੈਗੀਆਂ, ਮੇਰੀ ਰੂਮਮੇਟਸ, ਸਾਡੇ ਤਿੰਨਾਂ ਦੀ ਬੁੱਕ ਕਰਤੀ ਟਿਕਟ, ਅਸੀਂ ਤਿੰਨੋਂ ਹੀ ਆਏ। ਅੱਛਾ, ਤਿੰਨੇ ਹੀ ਆ ਗਏ ਇਕੱਠੇ ਆਏ। ਤੁਹਾਡੇ ਹੋਰ ਵੀ ਨਾਲ ਦੇ ਕਲਾਸਮੇਟ ਉੱਥੇ ਇਸ ਵੇਲੇ ਹੈ ਜਾਂ ਨਹੀਂ? ਹੁਣ ਤਾਂ ਸਭ ਲੋਕ ਆ ਚੁੱਕੇ ਸਾਰੇ हैं, ਬਟ ਕਿ ਬਸ ਸਾਡੇ ਕਲਾਸਿਸ ਕਿੰਨਾਂ ਦੇ 15 ਬੱਚੇ ਦੀ ਇੱਕ ਕਲਾਸ ਹੁੰਦੀ ਹੈ, ਅੱਛਾ ਤੇ 15 ਚੋਂ ਅਸੀਂ 4 ਜਾਣੇ ਆ ਗਏ ਸੀ, ਬਾਕੀ ਲੋਕ ਉੱਥੇ ਰਹਿ ਗਏ ਸੀ। ਉਹਨਾਂ ਸਭ ਨੇ ਟਿਕਟਸ ਬੁੱਕ ਕਰ ਲਈਆਂ ਸੀ, 27 28 ਤੱਕ ਸਭ ਨੇ ਆਪਣੀ ਟਿਕਟਸ ਬੁੱਕ ਕਰ ਲਈਆਂ ਸੀਗੀਆਂ ਕਿ ਇੰਨੇ ਦਿਨ ਤੱਕ ਅਸੀਂ ਨਿਕਲ ਜਾਣਾ, ਬਟ 24 ਤੋਂ by grace of God, students from Kharkiv, till now they are safe. It was very tough day yesterday. Only God, कल सिर्फ भगवान ने बचाया है सारे स्टूडेंट्स को। अभी जहाँ पे स्टूडेंट है सचिन में फूड प्रॉब्लम, समहाउ फूड का अरेंज कर रहे हैं, काफ़ी खाना खरीद लिया है, मेरी गाड़ी में है। हेडिंग बैक टू सचिन, वहाँ पे खाना वाना बना के होपफुली स्टूडेंट्स को देंगे। जो स्टूडेंट्स हमारे रेलवे स्टेशन के अंदर रह गए थे, फॉर्चुनेटली उन्होंने सभी ने ट्रेन पकड़ ली है, रात तक बैठे रहे, पकड़ ली है ऑलमोस्ट सभी ने। अभी जो पिसोचीन में है, पिसोचीन में सेफ है, वो गवर्नमेंट एश्योर कर रही है कि पिसोचीन में दे विल बी सेफ। लेकिन हमें अभी एग्जैक्टली क्योंकि इतने मैसेज आ रहे हैं और स्टूडेंट्स जो पोलैंड पहुंच चुके हैं, जो इधर उधर पहुंच चुके हैं या बॉर्डर पे हैं, मेरे को पता आप भी पैनिक में हो, लेकिन हमसे ज़्यादा पैनिक में तो नहीं हो, एटलीस्ट बॉम्ब से दूर हो। तुम मेरे को ज़्यादा फ़ोन मत करो, ऑलरेडी फ़ोन ने बहुत ज़्यादा फ़ोन मत करो। वहाँ पे खुद देखो कितने ग्रुप्स इतने कुछ बन गए। अभी हम निकलेंगे रिसर्चिंग के लिए और पुलिस स्टूडेंट्स को जो है वो खाना पहुँचा देंगे और खाना खा लेंगे स्टूडेंट्स। पेरेंट्स से चाहिए जैसे मर्ज़ी, गवर्नमेंट पे प्रेशर डालिए, हमें बसें चाहिए, वहाँ पे बसेस चाहिए, अपने एंड से जितना हो रहा है हम कर रहे हैं, बसेस चाहिए वहाँ पे बसेस।
ਬੰਕਰਸ 'ਚ ਰਹਿ ਰਹੇ ਆ, ਇਹ ਉਦੋਂ ਹੀ ਸਟਾਰਟ ਹੋ ਗਿਆ ਸੀ ਜਾਂ ਇਹ ਥੋੜਾ ਟਾਈਮ ਤੋਂ ਬਾਅਦ ਜਦੋਂ 24 ਬੰਬਾਰਡਮੈਂਟ ਸ਼ੁਰੂ ਹੋਈ? ਉਹ ਕਹਿੰਦੇ 24 ਮੇਰੀ ਫਰੈਂਡ ਨੇ ਇੰਨਾ ਲਿਖ ਦੱਸਿਆ ਮੈਨੂੰ ਕਿ ਅਸੀਂ ਸੁੱਤੇ ਹੋਏ ਸੀ, ਅਚਾਨਕ ਆਵਾਜ਼ ਆਉਣ ਲੱਗੀ ਡਮ ਡਮ ਡਮ। ਮੈਸੇਜ ਆਉਂਦਾ ਹੈ ਕਿ ਅਟੈਕ ਹੋ ਗਿਆ ਇੱਥੇ। ਫਿਰ ਬੋਲਿਆ ਕਿ ਤੁਸੀਂ ਜਿੰਨਾ ਆਪਣੇ ਵੱਲੋਂ ਆਪਣਾ ਸਮਾਨ ਕਲੈਕਟ ਕਰ ਸਕਦੇ ਹੋ, ਖਾਣ ਪੀਣ ਦਾ ਉਹਨਾਂ ਕਲੈਕਟ ਕਰ ਲਓ। ਫਿਰ ਜਿਹੜੇ ਇੱਥੇ ਸੁਪਰ ਮਾਰਕੀਟਸ ਹੈ, ਅਤਬਾ ਕਰਕੇ ਸੁਪਰ ਮਾਰਕੀਟਸ ਵਗੈਰਾ ਹੈ, ਉੱਥੇ ਇੰਨਾ ਲੰਬੀ ਲਾਈਨਸ, ਰਸ਼, ਮੈਸ ਵਿੱਚ ਬਹੁਤ ਸਾਰਾ ਰਸ਼। ਫਿਰ ਮਤਲਬ ਪਹਿਲੇ ਦਿਨ ਤਾਂ ਇਹਨਾਂ ਨੂੰ ਬੋਲਿਆ ਕਿ ਇੱਦਾਂ ਆਪਣੇ ਲਈ ਸਮਾਨ ਇਕੱਠਾ ਕਰ ਲਓ। ਫਿਰ ਰਾਤ ਨੂੰ ਇਹਨਾਂ ਨੂੰ ਬੋਲਿਆ ਕਿ ਸਭ ਲੋਕ ਆਪਣਾ ਬੈੱਡਸ਼ੀਟ ਵਗੈਰਾ ਉਹਨਾਂ ਨੂੰ ਦਿੱਤੀ ਗਈ, ਉਹ ਸਮਾਨ ਲੈ ਕੇ ਨੀਚੇ ਬੰਕਰ ਬੇਸਮੈਂਟਸ 'ਚ ਆ ਜਾਓ। ਉਸ ਤੋਂ ਬਾਅਦ ਇਹ ਲੋਕ ਵਿੱਚ ਹਲਕਾ ਜਿਹਾ ਉੱਪਰ ਜਾਂਦੇ ਸੀਗੇ, ਬਟ ਜਿਹੜੇ ਸਾਡੇ ਏਜੰਟ ਹੈਗੇ ਨਾ ਕਰਨ ਸੰਧੂ, ਉਹ ਬੱਚਿਆਂ ਨੂੰ ਬਾਹਰ ਨਹੀਂ ਜਾਣ ਦਿੰਦੇ ਸੀਗੇ। ਬਾਅਦ ਵਿੱਚ ਖਾਣਾ ਵੀ ਅੰਦਰ ਹੀ ਲੈ ਕੇ ਆਉਂਦੇ ਸੀਗੇ, ਕਿਤੋਂ ਸਮਾਂ ਉਹ ਪਤਾ ਨਹੀਂ ਕਿਤੋਂ ਹਰ ਰੋਜ਼ ਉਹ ਮੈਨੇਜ ਕਰਦੇ ਸੀਗੇ ਕਿਸੇ ਵੀ ਤਰੀਕੇ ਨਾਲ। ਸਭ 1200 ਬੱਚਾ ਉਹਨਾਂ ਦੀ ਰਿਸਪੌਂਸਿਬਿਲਿਟੀ ਸੀਗੀ। ਅੱਛਾ, ਉਹ ਨਾਲ ਹੀ ਰਹਿੰਦੇ ਸੀ ਉੱਥੇ? ਉਹ ਖਾਰਕਿਵ 'ਚ ਹੀ ਰਹਿੰਦੇ ਸਾਡੇ ਮਤਲਬ ਉਹ ਸਾਡੇ ਏਜੰਟ ਹੈ ਨਾ, ਉਹ ਸਾਡੇ ਨਾਲ ਹੀ ਉੱਥੇ ਰਹਿੰਦੇ, ਅੱਛਾ, ਸਾਡਾ ਉਹ ਧਿਆਨ ਉੱਥੇ ਰਹਿੰਦੇ ਸੀ ਤੁਹਾਡੇ ਧਿਆਨ ਰੱਖਣ ਲਈ? ਹਾਂਜੀ। ਠੀਕ ਹੈ ਜੀ। ਇਹਨਾਂ ਦੇ ਧਿਆਨ ਰੱਖਣ ਲਈ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਲੈ ਕੇ ਗਏ। ਸਟੱਡੀ ਤੇ ਲੈ ਕੇ ਗਏ ਸੀ ਏਜੰਟ ਇਹਨਾਂ ਦੇ, ਉਹ ਨਾਲ ਹੀ ਸੀਗੇ। ਉਹਨਾਂ ਨੇ 1200 ਸਟੂਡੈਂਟ ਲਗਭਗ ਕਹਿੰਦੇ ਰੋਜ਼ ਹੀ ਉਹਨਾਂ ਦਾ ਖਾਣ ਦਾ ਇੰਤਜ਼ਾਮ ਹਾਂ, ਕਰਦੇ ਕਰਦੇ ਸੀ ਸੀ। ਲੜਾਈ ਚੱਲਦੇ ਦੇ ਵਿੱਚ। ਹਾਂ। ਤੇ ਬਹੁਤ ਵਧੀਆ। ਕੀ ਨਾਮ ਉਹਨਾਂ ਦਾ? ਉਹਨਾਂ ਦਾ ਕਰਨਪਾਲ ਸਿੰਘ। ਕਰਨਪਾਲ ਸਿੰਘ ਸੰਧੂ ਜੀ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਸਹਾਇਤਾ ਕੀਤੀ ਹੈ ਸਟੂਡੈਂਟਸ ਦੀ। ਇਹ ਤੁਹਾਡੀ ਜ਼ਿੰਮੇਵਾਰੀ ਤਾਂ ਸੀਗੀ, ਪਰ ਕਈ ਬੰਦੇ ਜ਼ਿੰਮੇਵਾਰੀਆਂ ਤੋਂ ਭੱਜੇ ਵੀ ਨਜ਼ਰ ਆ ਰਹੇ ਇੱਥੇ, ਪਰ ਤੁਹਾਡੇ ਲਈ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ। ਥੈਂਕ ਯੂ ਵੈਰੀ ਮੱਚ ਕਰਨ ਸੰਧੂ ਜੀ। ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਸਿਚੁਏਸ਼ਨ ਤਾਂ ਹਜੇ ਵੀ ਲੜਾਈ ਵਾਲੀ ਚੱਲੀ ਜਾਂਦੀ ਹੈ, ਤੇ ਅੱਗੇ ਉਹ ਹੁਣ ਕਲਾਸਾਂ ਦਾ ਸਿਸਟਮ ਕੀ ਚੱਲ ਰਿਹਾ? ਹੁਣ ਤੁਹਾਡੀ ਫੀਸ ਜਮ੍ਹਾਂ ਹੋਈ ਹੈ 1 ਸਾਲ ਦੀ, ਇੱਕ ਸਾਲ ਤੇ ਦੀ। ਅੱਗੇ ਕੀ ਚੱਲ ਰਿਹਾ ਉਹਦਾ? ਅੱਗੇ ਇਹ ਹੈ ਕਿ ਡੈਫੀਨਿਟਲੀ ਸਾਡੀ ਕਲਾਸਿਸ ਸ਼ੁਰੂ ਹੋਣ ਵਾਲੀਆਂ 21 ਤੱਕ ਸਾਡੀ ਆਨਲਾਈਨ ਕਲਾਸਿਸ ਸ਼ੁਰੂ ਹੋ ਜਾਣੀ। ਸਾਨੂੰ ਮੈਸੇਜ ਆ ਗਿਆ, ਮੈਂ ਤੁਹਾਨੂੰ ਮੈਸੇਜ ऑनलाइन सिस्टम Online शुरू हो जाएगा। लगेगा। ठीक है, तो मतलब क्लासेस कंटिन्यू हो जाएगी। ठीक है, वेरी गुड। फिर तो पर ਇੱਥੇ ਜੋ ਹੁਣ ਆ ਗਏ, ਤੁਹਾਨੂੰ ਇਦਾਂ ਲੱਗਦਾ ਕਿ ਉਹ ਸੇਮ ਐਜੂਕੇਸ਼ਨ ਸਿਸਟਮ ਫੋਲੋ ਕਰ ਸਕਦੇ ਆਨਲਾਈਨ ਵੀ ਜੋ ਉੱਥੇ ਹੁੰਦਾ ਸੀ? ਆਨਲਾਈਨ ਜਦੋਂ ਕੁਝ ਸਬਜੈਕਟਸ ਹੁੰਦੇ ਆ, ਐਨਾਟਮੀ ਸਾਡਾ ਇੱਕ ਹਾਂਜੀ। ਸਬਜੈਕਟ ਉਹਦੇ ਵਿੱਚ ਬੋਨਸ ਹੁੰਦੀਆਂ ਔਰ ਉਹ ਸਾਡੀ ਟੀਚਰ ਸਾਨੂੰ ਸਾਡੇ ਸਾਹਮਣੇ ਦਿਖਾਉਂਦੇ ਹਾਂਜੀ। ਕਿ ਆ ਇਹ ਸਭ ਉਹਦੇ ਵਿੱਚ ਥੋੜੀ ਪ੍ਰੋਬਲਮ ਆ ਜਾਏਗੀ, ਕਿਉਂਕਿ ਡਾਕਟਰੀ ਸਬਜੈਕਟ ਆ, ਪ੍ਰੈਕਟੀਕਲ ਦੀ ਚੀਜ਼ ਆ। ਜਦ ਤੱਕ ਉਹ ਕੱਟ ਵੱਢ ਕਹਿੰਦੇ ਕਰਕੇ ਨਹੀਂ ਦੇਖਦੇ ਨਾ, ਫਿਰ ਉਹ ਪੂਰਾ ਐਕਸਪੀਰੀਅੰਸ ਹੁੰਦਾ ਨਹੀਂ। ਤੇ ਆਨਲਾਈਨ 'ਚ ਪਤਾ ਨਹੀਂ ਹੁਣ ਕਿੱਦਾਂ ਦੀ ਕਲਾਸਾਂ ਇਹਨਾਂ ਦੀਆਂ ਚੱਲਣਗੀਆਂ, ਪਰ ਸਮਥਿੰਗ ਇਜ਼ ਬੈਟਰ ਦੈਨ ਕਹਿੰਦੇ ਨਥਿੰਗ ਹੈ ਨਾ। ਔਰ ਅਸੀਂ ਕੰਟੀਨਿਊ ਦੇਖ ਰਹੇ ਹਾਂ ਕਿ ਮਤਲਬ ਇਹਨਾਂ ਦੀ ਕਲਾਸਾਂ ਤਾਂ ਹਜੇ ਚੱਲ ਰਹੀਆਂ, ਅੱਗੇ ਆਉਣ ਵਾਲੇ ਟਾਈਮ 'ਚ ਕੀ ਹੁੰਦਾ ਉਹ ਦੇਖਦੇ ਆਪਾਂ। ਤੇ ਇੱਥੇ ਹੁਣ ਜਦੋਂ ਤੁਸੀਂ ਆਏ ਆ ਪੰਜਾਬ ਵਿੱਚ, ਇੱਥੇ ਦੀ ਗਵਰਨਮੈਂਟ ਦਾ ਕੋਈ ਬੰਦਾ ਆਇਆ ਲੋਕਲ, ਕਹਿੰਦੇ ਸੀ ਕੁਝ ਮਿਲੇ ਤੁਹਾਨੂੰ ਆ ਗਏ ਕੁਝ ਕਿਸੇ ਨੇ? ਨਹੀਂ ਸਾਡੀ ਕਲਾਸ ਚ ਨਹੀਂ। ਇੱਥੇ ਦੀ ਲੋਕਲ ਏਜੰਸੀ ਨਿਊਜ਼ 'ਚ ਅਸੀਂ ਪੜ੍ਹਦੇ ਹਾਂ ਕਿ ਡੀਸੀ ਸਾਹਿਬ ਨੇ ਇਦਾਂ ਕੀਤਾ ਉੱਦਾਂ ਕੀਤਾ ਕਿ ਜਲੰਧਰ ਦੇ 2 ਰਹਿ ਗਏ ਨੇ, 3 ਰਹਿ ਗਏ ਨੇ। ਮੈਂ ਨਿਊਜ਼ ਪੜ੍ਹ ਕੇ ਹੀ ਇਹਨਾਂ ਨੂੰ ਮੈਂ ਮਿਲਿਆ ਸੀ ਕਿ ਵਿਧੀਪੁਰ ਆਪਣੇ ਜਲੰਧਰ ਏਰੀਏ ਦੇ ਸਟੂਡੈਂਟ ਵਾਪਸ ਆਏ ਆ, ਤੇ ਮੈਨੂੰ ਪਤਾ ਲੱਗਿਆ ਸੀ ਇਹਨਾਂ ਦਾ ਇਹ ਵੀ ਆਏ ਆ। ਤਾਂ ਫਿਰ ਮੈਂ ਇਹਨਾਂ ਨੂੰ ਕੰਟੈਕਟ ਕੀਤਾ, ਪਰ ਇਹਨਾਂ ਨੂੰ ਕਿਸੇ ਵੀ ਲੋਕਲ ਏਜੰਸੀ ਜਿਹੜੀ ਵੀ ਹੈਗੀ ਇੱਥੇ ਦੀ ਆਪਣੀ ਗਵਰਨਮੈਂਟ ਦੀ, ਡੀਸੀ ਸਾਹਿਬ ਹੋ ਗਏ ਜਾਂ ਹੋਰ ਬਾਕੀ ਹੋਣਗੇ ਇਮੀਗ੍ਰੇਸ਼ਨ ਵਾਲੇ ਡਿਪਾਰਟਮੈਂਟ ਵਾਲੇ, ਕਿਸੇ ਨੇ ਇਹਨਾਂ ਨੂੰ ਕੋਈ ਕੰਟੈਕਟ ਨਹੀਂ ਕੀਤਾ, ਨਾ ਹੀ ਇਹਨਾਂ ਨੂੰ ਕੋਈ ਕੁਝ ਪੁੱਛਾਲ ਵੀ ਪੁੱਛਣ ਨਹੀਂ ਆਇਆ। ਇਹ ਵੀ ਕਹਿ ਸਕਦੇ ਲੋਕਲ ਐਮਐਲਏ ਜੋ ਐਮਸੀ ਜਾਂ ਕੋਈ ਹੋਰ ਆਇਆ ਹੋਵੇ, ਸਾਡੇ ਕੋਈ ਵੀ ਨਹੀਂ। ਮਤਲਬ ਕਿ ਲੋਕਲ ਐਮਸੀ ਐਮਐਲਏ ਕੋਈ ਵੀ ਨਹੀਂ ਆਇਆ। ਨਵੀਂ ਗਵਰਨਮੈਂਟ ਹੁਣ ਵੈਸੇ ਕੱਲ ਹੀ ਤੁਸੀਂ ਦੇਖਿਆ ਹੋਣਾ ਨਵੀਂ ਗਵਰਨਮੈਂਟ ਬਣ ਚੁੱਕੀ ਆ, ਨਵੀਂ ਗਵਰਨਮੈਂਟ ਤਾਂ ਆ ਗਈ ਆ। ਹੁਣ ਉਹਨਾਂ ਨੂੰ ਤਾਂ ਸ਼ਾਇਦ
ਵੈਸੇ ਵਾਰ ਦਾ ਤਾਂ ਪਤਾ ਹੋਣਾ ਪਰ ਸ਼ਾਇਦ ਇਹਨਾਂ ਦਾ ਨਹੀਂ ਪਤਾ ਹੋਣਾ ਕਿ ਇਹਨਾਂ ਦੇ ਹਾਲਾਤ ਕੀ ਹੋ ਗਏ। ਉਹਨਾਂ ਦੇ ਤਾਂ ਹਾਲਾਤ ਚੰਗੇ ਹੋ ਗਏ ਆ ਆਪ ਪਾਰਟੀ ਦੇ, ਤੇ ਦੇਖਦੇ ਹਾਂ ਆਉਣ ਵਾਲੇ ਟਾਈਮ 'ਚ ਉਹ ਕੀ ਕਰਦੇ ਆ। ਤੇ ਇਹਨਾਂ ਨੂੰ ਅਸੀਂ ਪੁੱਛੀਏ ਕਿ ਜੇ ਉਹ ਆਨਲਾਈਨ ਕਲਾਸਿਸ ਨਾ ਲੱਗਣ ਤਾਂ ਫਿਰ ਇਹਨਾਂ ਦਾ ਕੀ ਪਲਾਨ ਹੈਗਾ। ਪਹਿਲੇ ਤਾਂ ਡੈਫੀਨਿਟਲੀ ਹਾਂ ਡੈਫੀਨਿਟਲੀ ਲੱਗੂਗੀ ਕਿਉਂਕਿ ਯੂਨੀਵਰਸਿਟੀ ਜੋ ਵੀ ਹੈ ਚਾਹੇ ਸਾਡੀ ਗਵਰਨਮੈਂਟ ਯੂਨੀਵਰਸਿਟੀ ਅੱਛਾ ਗਵਰਨਮੈਂਟ ਯੂਨੀਵਰਸਿਟੀ ਤਾਂ ਉਹ ਸਾਡਾ ਸੋਚੂਗੇ। ਮਤਲਬ ਕਿ ਉੱਥੇ ਦੀ ਯੂਨੀਵਰਸਿਟੀ ਇੱਥੇ ਦੇ ਸਟੂਡੈਂਟ ਦਾ ਆਨਲਾਈਨ ਹੀ ਸੈੱਟ ਕਰ ਰਹੀ ਹੈ, ਸੋਚ ਰਹੀ ਹੈ, ਪਰ ਇੱਥੇ ਦੇ ਲੋਕਲ ਬੰਦਿਆਂ ਨੂੰ ਇਹਨਾਂ ਦੀ ਕੋਈ ਟੈਨਸ਼ਨ ਨਹੀਂ, ਕੋਈ ਮੈਂਟਲ ਹੈਲਥ ਇਹਨਾਂ ਦੀ ਕੀ ਹੋ ਗਈ ਆ ਜਾਂ ਫਾਈਨੈਂਸ਼ੀਅਲ ਕੀ ਪ੍ਰੋਬਲਮ ਚੱਲ ਰਹੀ ਆ, ਕੀ ਸਪੋਰਟ ਦੀ ਲੋੜ ਆ, ਹਾਲ ਵੀ ਨਹੀਂ ਪੁੱਛਿਆ ਕਿਸੇ ਨੇ। ਸੋ ਇਹ ਤਾਂ ਅਫਸੋਸ ਦੀ ਗੱਲ ਆ। ਮੈਂ ਇਹ ਸਾਡੇ ਕੋਲ ਕੁਝ ਹੋਰ ਕੁਐਸਚਨ ਹੈਗੇ ਆ, ਜਿੱਦਾਂ ਉਹ ਇੱਕ ਤੁਸੀਂ ਸ਼ਾਇਦ ਵੀਡੀਓ ਦੇਖੀ ਹੋਣੀ, ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਵਾਰਾਣਸੀ ਏਰੀਆ 'ਚ ਯੂਕਰੇਨ ਤੋਂ ਆਏ ਸਟੂਡੈਂਟ ਨਾਲ ਮੁਲਾਕਾਤ ਕੀਤੀ ਸੀ। ਦੇਖੀ ਸੀ ਉਹਦੀ ਕੋਈ ਵੀਡੀਓ ਦਾ? ਦੇਖੀ ਉਹ ਉਹਨਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ, ਸ਼ਾਇਦ ਉਹਦੀ ਕਲਿੱਪ ਤੁਹਾਨੂੰ ਸ਼ਾਇਦ ਥੋੜੀ ਜਿਹੀ ਦਿਖਾ ਦਾਂਗੇ। ਇਦਾਂ ਦਾ ਸ਼ਾਇਦ ਕੁਝ ਇੱਧਰ ਵੀ ਹੁੰਦਾ ਤੇ ਇਹਨਾਂ ਨੂੰ ਵੀ ਥੋੜਾ ਲੱਗਦਾ ਕਿ ਸਾਨੂੰ ਵੀ ਪੁੱਛਣ ਵਾਲੇ ਹੈਗੇ ਆ। ਪਰ ਮੈਂ ਇੱਕ ਗੱਲ ਇਹ ਪੁੱਛਣੀ ਚਾਹਨਾ, ਜੇ ਤੁਸੀਂ ਉੱਥੇ ਬਾਹਰ ਗਏ ਸੀ, ਤੁਸੀਂ ਉੱਥੇ ਕਿਉਂ ਨਹੀਂ ਰਹੇ ਹੁਣ? ਕਿਉਂਕਿ ਤੁਹਾਡਾ ਫਿਊਚਰ ਤੁਸੀਂ ਉੱਥੇ ਬਣਾਉਣ ਗਏ ਸੀ। ਜੇ ਉੱਥੇ ਪ੍ਰੋਬਲਮ ਆ ਗਈ ਸੀ ਤਾਂ ਥੋੜਾ ਉੱਥੇ ਰਹਿ ਕੇ ਉਹਨਾਂ ਨੂੰ ਕਿਉਂ ਨਹੀਂ ਸਪੋਰਟ ਕੀਤਾ? ਸਪੋਰਟ ਕਿਉਂ ਨਹੀਂ ਕੀਤਾ? ਮੈਂ ਤਾਂ ਬਲਕਿ ਇਨਫੈਕਟ ਥੋੜਾ ਪਹਿਲਾਂ ਆ ਗਈ ਔਰ ਐਟ ਦੀ ਐਂਡ ਕੁਛ ਇਦਾਂ ਦੇ ਵੀ ਹੈਗੇ ਸਟੂਡੈਂਟ ਜਿਹੜੇ ਉੱਥੇ ਆਰਮੀ ਨਾਲ ਕੁਛ ਉਹਨਾਂ ਨਾਲ ਟਾਈ ਅਪ ਪਹਿਲੀ ਕਰਕੇ ਗੱਲ ਆਰਮੀ ਸਾਡੀ ਚਲੇ ਗਏ। ਪਹਿਲੀ ਗੱਲ ਅਸੀਂ ਇੱਕ ਤਾਂ ਅਸੀਂ ਸਟੂਡੈਂਟ ਹੈ, ਵੀ ਡੋਂਟ ਅਰਨ ਦੇਅਰ, ਅਸੀਂ ਉੱਥੇ ਕਮਾਉਂਦੇ ਨਹੀਂ, ਠੀਕ ਹੈ। ਉਸ ਤੋਂ ਬਾਅਦ ਸਾਡੀ ਫੈਮਿਲੀ ਇੱਥੇ ਹੈ, ਉਹਨਾਂ ਨੂੰ ਉਹ ਸਾਨੂੰ ਬੋਲਦੇ ਆ ਜੋ ਵੀ ਅਸੀਂ ਸਾਰੀ ਦੁਨੀਆ ਨੂੰ ਸਮਝਾ ਸਕਦੇ, ਆਪਣੇ ਪੇਰੈਂਟਸ ਨੂੰ ਨਹੀਂ ਅਸੀਂ ਚੀਜ਼ ਦੱਸ ਸਕਦੇ, ਉਹਨਾਂ ਨੂੰ ਆਪਣੇ ਬੱਚੇ ਚਾਹੀਦੇ ਇਸ ਲਈ ਅਸੀਂ ਆ ਗਏ ਵਾਪਸ, ਉਹਨਾਂ ਨੂੰ ਆਪਣਾ ਬੱਚਾ ਆਪਣੀ ਅੱਖਾਂ ਅੱਗੇ ਚਾਹੀਦਾ ਹੈ। ਹਾਂਜੀ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਬੱਚੇ ਤਾਂ ਸਾਰਿਆਂ ਨੂੰ ਪਿਆਰੇ ਹੁੰਦੇ ਆ। ਪੇਰੈਂਟਸ ਨੇ ਤਾਂ ਚਾਹੇ ਉੱਥੇ ਸੈੱਟ ਵੀ ਹੁੰਦੇ, ਠੀਕ ਵੀ ਹੁੰਦੇ, ਉਹਨਾਂ ਨੇ ਕਹਿਣਾ ਸੀ ਜੋ ਨਿਊਜ਼ ਮੀਡੀਆ ਦਿਖਾ ਰਹੇ ਆ ਉਹਦੇ ਹਿਸਾਬ ਨਾਲ ਤੁਸੀਂ ਵਾਪਸ ਆਓ। ਤੇ ਬੱਚਿਆਂ ਨੂੰ ਘਰਦਿਆਂ ਦੀ ਗੱਲ ਮੰਨਣੀ ਪੈਂਦੀ ਆ, ਤੇ ਇਹ ਮੰਨ ਕੇ ਥੋੜਾ ਛੇਤੀ ਆ ਗਏ, ਤੇ ਬਾਕੀ ਥੋੜਾ ਟਾਈਮ ਵੀ ਲੱਗ ਗਿਆ, ਸ਼ਾਇਦ ਇੱਕ ਦੀ ਡੈਥ ਵੀ ਹੋ ਗਈ ਆ। ਹਾਂ ਸਾਡੇ ਹੀ ਯੂਨੀਵਰਸਿਟੀ ਦੇ ਸੀਗੇ, ਸੀਨੀਅਰ ਸੀਗੇ ਸਾਡੇ, ਜਾਣਦੇ? ਅੱਛਾ ਇੰਨੀ ਇੰਟਰੋਡਕਸ਼ਨ ਨਹੀਂ ਹੋਈ ਸੀ ਉਹਨਾਂ ਨਾਲ, ਇਹਨਾਂ ਦੇ ਸੀਨੀਅਰ ਹੀ ਸੀ ਜਿਨ੍ਹਾਂ ਦੀ ਡੈਥ ਹੋਈ ਹੈ। ਮੇਰੇ ਖਿਆਲ ਚੰਦਨ ਕੁਛ ਇਦਾਂ ਨਾਮ, ਪਤਾ ਨਹੀਂ ਨਾਮ ਮੈਨੂੰ ਐਗਜ਼ੈਕਟ ਯਾਦ ਨਹੀਂ। ਬੈਂਗਲੌਰ ਦੇ ਹਮਲੇ ਦੇ ਵਿੱਚ ਮੌਤ ਵੀ ਹੋ ਗਈ ਸੀ, ਪਰ ਇਹ ਖੁਸ਼ਕਿਸਮਤ ਨੇ ਕਿ ਇੱਥੇ ਸਾਡੇ ਨਾਲ ਬੈਠੇ ਨੇ। ਮੈਂ ਹੁਣ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਜਿਹੜੇ ਇਨ ਫਿਊਚਰ ਸਟੂਡੈਂਟ ਪਲਾਨਿੰਗ ਕਰ ਰਹੇ ਨਾ MBBS ਦੀ, ਇੱਥੇ ਚਲੋ ਕਾਲਜ ਹਜੇ ਇੰਨੇ ਨਹੀਂ ਹੈ, ਸੀਟਾਂ ਨਹੀਂ ਹੈ, ਪਰ ਜਿਹੜੇ ਇਨ ਫਿਊਚਰ ਅੱਗੇ ਸਟੂਡੈਂਟ ਜਾਣਾ ਚਾਹੁੰਦੇ ਆ, ਉਹ ਹੁਣ ਕੀ ਉਹਨਾਂ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ? ਮੈਂ ਹੀ ਕਹੂੰਗੀ ਕਿ ਅਗਰ ਤੁਸੀਂ ਚਾਹੇ ਪੜ੍ਹਾਈ ਇੰਡੀਆ 'ਚ ਕਰਨਾ ਚਾਹੁੰਦੇ ਹੋ, ਬਾਹਰ ਕਰਨਾ ਚਾਹੁੰਦੇ ਹੋ, ਉਹ ਤੁਹਾਡੀ ਮਰਜ਼ੀ ਹੈ, ਤੁਹਾਡਾ ਆਪਣਾ ਡਿਸੀਜਨ ਹੋਣਾ ਚਾਹੀਦਾ ਹੈ, ਠੀਕ ਹੈ। कोई भी चीज़ है अगर रिसर्च करो, इन्फॉर्मेशन लो और फिर अपना डिसीज़न लो। और यूक्रेन अच्छी जगह है, ब्यूटीफुल है, बीइंग एक नेचर, मैंने बहुत नेचर देखना पसंद है और बहुत सोहनी जगह है, अच्छी है और पैटर्न भी सब अच्छा है। और इंडिया भी अच्छा है, इंडिया भी पढ़ना बुरा नहीं, पर इंडिया में ये है कि जनरल कैटेगरी वाले लोग, जनरल कैटेगरी ना दी कट ऑफ बहुत हाई होती है और गवर्नमेंट सीट साढ़े लिए घट है और प्राइवेट थोड़ी काफ़ी कॉस्ट। क्योंकि ਹੁਣ ਤਾਂ ਲੋਕੀ ਮੈਨੂੰ ਲੱਗਦਾ 5-7 ਸਾਲ ਤੱਕ ਕੋਈ ਸੋਚੇਗਾ ਨਹੀਂ ਯੂਕਰੇਨ ਜਾਣ ਦੇ ਬਾਰੇ, ਕਿਉਂਕਿ ਤੁਸੀਂ ਥੋੜੀ ਇੰਡੀਆ ਦੀ ਨੀਤੀਆਂ ਥੋੜੀ ਕਹਿ ਸਕਦੇ ਨਾ ਐਜੂਕੇਸ਼ਨ ਦੀਆਂ ਗਲਤ ਹੋ ਗਈਆਂ ਕਿ ਸਾਡਾ ਥੋੜਾ ਕੱਟ ਆਫ ਥੋੜਾ ਥੱਲੇ ਕਰਨਾ ਚਾਹੀਦਾ। ਜਦ ਜੇ ਟੈਸਟ ਹੋ ਰਿਹਾ ਨੀਟ ਦਾ ਜਾਂ ਕਿਸੇ ਦਾ ਵੀ, ਫਿਰ ਟੈਸਟ ਦੇ ਬੇਸ ਤੇ ਸਾਰਿਆਂ ਨੂੰ ਸੇਮ ਰੱਖਣਾ ਚਾਹੀਦਾ, ਇਹ ਤੁਸੀਂ ਕਹਿਣਾ ਚਾਹੁੰਦੇ? ਹਾਂ ਇਹ ਮੈਨੂੰ ਵੀ ਥੋੜਾ ਜਿਹਾ ਇਨਜਸਟਿਸ ਲੱਗਦਾ, ਬਾਕੀ ਜੋ ਰੂਲ ਹੈ ਰੂਲ ਜਿਹੜੇ ਬਣੇ ਆ ਫਿਰ ਉਹਨਾਂ ਨੂੰ ਫੋਲੋ ਕਰਦੇ ਕਰਦੇ ਕੁਝ ਇਹਨਾਂ ਵਰਗੇ ਜਾਂ ਕੋਈ ਹੋਰ ਵੀ ਜਿਹੜੇ ਸਾਡੇ ਕੈਮਰੇ ਦੇ ਸਾਹਮਣੇ ਨਹੀਂ ਵੀ ਆਏ, ਉਹਨਾਂ ਦਾ ਵੀ ਹਾਲਤ ਖਰਾਬ ਹੋ ਚੁੱਕੀ ਹੈ। ਸੋ ਗਵਰਨਮੈਂਟ ਨੂੰ ਚਾਹੀਦਾ ਕਿ ਕੁਝ ਸੋਚੇ ਕਿ ਜਿਹੜੇ ਬ੍ਰੇਨ ਡਰੇਨ ਹੋ ਰਿਹਾ, ਬ੍ਰੇਨ ਡਰੇਨ ਪਤਾ ਨਾ ਤੁਹਾਨੂੰ? ਹਾਂਜੀ ਬ੍ਰੇਨ ਡਰੇਨ ਜੋ ਹੋ ਰਿਹਾ ਨਾ ਪੰਜਾਬ 'ਚ ਖਾਸ ਕਰਕੇ, ਮੈਂ ਕਈ ਸਟੂਡੈਂਟਸ ਨੂੰ ਮਿਲਦਾ, ਉਹਨਾਂ ਨੂੰ ਪੁੱਛਦਾ ਹਾਂਜੀ ਤੁਸੀਂ 10ਵੀਂ ਤੋਂ ਬਾਅਦ ਅੱਗੇ ਕੀ ਪਲਾਨ ਆ, 12ਵੀਂ ਤੋਂ ਬਾਅਦ ਕੀ ਕਰੋਗੇ, ਉਹ ਕੀ ਕਰੋਗੇ, ਇਹਦਾ ਉਹਨਾਂ ਦਾ ਆਨਸਰ ਹੁੰਦਾ ਕਿ ਅਸੀਂ ਬਾਹਰ ਜਾਵਾਂਗੇ।
ਬਾਹਰ ਜਾਉਂਗੇ ਕੁਝ ਕਰੂੰਗੇ ਨਹੀਂ ਹੁੰਦਾ, ਬਾਹਰ ਜਾ ਕੇ ਕੁਝ ਪੜੂੰਗੇ ਜਾਂ ਕੁਝ ਕਰੂੰਗੇ, ਮੈਂ ਉਹ ਪੁੱਛਣਾ, ਪਰ ਉਹਨਾਂ ਦਾ ਇੱਕ ਹੀ ਜਵਾਬ ਹੁੰਦਾ ਅਸੀਂ ਬਾਹਰ ਜਾਉਂਗੇ ਉੱਥੇ ਕਰ ਲਾਂਗੇ ਕੁਝ ਨਾ ਕੁਝ। ਕਿਉਂਕਿ ਇੱਥੇ ਬੱਚਿਆਂ ਨੂੰ ਆਪਣਾ ਕੋਈ ਫਿਊਚਰ ਨਜ਼ਰ ਨਹੀਂ ਆ ਰਿਹਾ ਤੇ ਉਹ ਚਾਹੁੰਦੇ ਆ ਕਿ ਗਵਰਨਮੈਂਟ ਨੂੰ ਵੀ ਕੁਝ ਉਹਨਾਂ ਦਾ ਸੋਚੇ ਤਾਂ ਕਿ ਇਹ ਬ੍ਰੇਨ ਡਰੇਨ ਨਾ ਹੋਵੇ, ਨਹੀਂ ਤਾਂ ਇਨ ਫਿਊਚਰ 'ਚ ਬਿਨਾਂ ਬ੍ਰੇਨ ਤੋਂ ਜਿਹੜੇ ਸਾਡੇ ਕੋਲ ਬਚਣੇ ਆ ਇੱਥੇ ਤਾਂ ਉਹ ਕਿੱਦਾਂ ਪੰਜਾਬ ਨੂੰ ਔਰ ਰੰਗਲਾ ਪੰਜਾਬ ਬਣਾ ਸਕਦੇ ਆ। ਸੋ ਇਹਦੇ ਨਾਲ ਹੀ ਆਪਾਂ ਆਪਣੀ ਗੱਲਬਾਤ ਨੂੰ ਖਤਮ ਕਰਦੇ ਹਾਂ। ਰੁਪਿੰਦਰ ਜੀ ਦੇ ਨਾਲ ਗੱਲ ਕਰਕੇ ਸਾਨੂੰ ਚੰਗਾ ਵੀ ਲੱਗਿਆ ਇਹਨਾਂ ਨੂੰ ਦੇਖ ਕੇ ਵੀ, ਪਰ ਜਿਹੜੀ ਸੁਸਾਇਟੀ ਇਹਦੇ ਨਾਲ ਕਰ ਰਹੀ ਆ ਜਾਂ ਇਹਨਾਂ ਦੇ ਤੁਹਾਡੇ ਥੋੜੇ ਮਿੱਤਰ ਵੀ ਹੋਣਗੇ ਪੁਰਾਣੇ ਇੱਥੇ ਨਾ, मतलब मैं जो एक्चुअली पुराने classmate हैं। हाँ मैं ज़्यादा एक्चुअली किसी ने गल ही नहीं करी क्योंकि बहुत ज़्यादा सवाल करे क्यों आ गए, मतलब बहुत ज़्यादा क्वेश्चनिंग है हर एक। ਹਾਂਜੀ ਲੋਕਾਂ ਨੂੰ ਇਹੀ ਨਹੀਂ ਸਮਝ ਆ ਰਹੀ ਕਿ ਕਿਉਂ ਆ ਗਏ, ਕਿਉਂ ਆ ਗਏ ਦਾ ਹੀ ਨਹੀਂ ਪਤਾ ਉਹਨਾਂ ਨੂੰ ਕਿ ਇੰਨੀ ਨਿਊਜ਼ਪੇਪਰ ਭਰਿਆ ਪਿਆ, ਉਹ ਨਿਊਜ਼ ਦੇਖੋ ਬੰਬ ਚੱਲ ਰਿਹਾ, ਲੋਕੀ ਮਰ ਰਹੇ ਆ, ਹਾਲਾਤ ਖਰਾਬ ਹੋ ਰਹੇ, ਰੋਟੀ ਖਾਣ ਨੂੰ ਮਿਲ ਨਹੀਂ ਰਹੀ ਤੇ ਉਹ ਇਹ ਪੁੱਛ ਰਹੇ ਕਿਉਂ ਆ ਗਏ। ਜਿਹੜੇ ਆਪਣੇ ਹੋਰ ਆਏ ਥੇ 2-3 ਸਟੂਡੈਂਟ ਵਿਧੀਪੁਰ ਦੇ ਉਹਨਾਂ ਬਾਰੇ ਕੁਝ ਪਤਾ ਤਾਂ ਉਹ ਦੱਸੋ। ਉਹ ਬੱਚੇ ਮੇਰੇ ਤੋਂ ਉਹਨਾਂ ਨੂੰ ਅਸੀਂ ਮੇਰੇ ਸੇਂਟ ਫ੍ਰਾਂਸਿਸ ਕਨਵੈਂਟ ਸਕੂਲ ਕਰਤਾਰਪੁਰ ਨਹੀਂ, ਉਹ ਅਸੀਂ ਸੇਮ ਸਕੂਲ 'ਚੋਂ ਹੀ ਪੜ੍ਹੇ ਆ। ਬਟ ਇੱਕ ਭਈਆ ਹੈ ਉਹ ਸੀਨੀਅਰ ਸੀਗੇ ਮੇਰੇ, ਉਹ ਮੇਰੇ ਬ੍ਰਦਰ ਦੇ ਕਲਾਸਮੇਟ ਸੀਗੇ, ਉਹ 3rd ਈਅਰ 'ਚ ਸੀਗੇ ਔਰ ਜੋ 2 ਬੱਚੇ ਹੈ ਉਹ ਦੋਨੋਂ 1st ਈਅਰ 'ਚ ਸੀ। ਉਹ ਜਸਟ ਹੁਣੇ ਹੀ ਗਏ ਸੀ, ਉਹ ਡੈਨੀਪਰੋ 'ਚ ਰਹਿੰਦੇ ਸੀ। ਉਹਨਾਂ ਨਾਲ ਜਦੋਂ ਮੈਂ ਇੱਥੇ ਆ ਗਈ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਹੋ, ਤਾਂ ਉਹਨਾਂ ਨੇ ਕਿਹਾ ਅਸੀਂ ਇੱਥੇ ਹੀ ਫਸ ਗਏ ਹਾਂ, ਅਸੀਂ ਇੱਥੇ ਆਪਣੇ ਹੋਸਟਲ ਦੀ ਬੇਸਮੈਂਟ 'ਚ ਹੀ ਹਾਂ। तो वो लोग भी समहाउ किसी तरीके उन्होंने अपने आप ही ट्रेन मैनेज की थी, ट्रेन च बैठ के वो रोमानिया बॉर्डर गए। रोमानिया बॉर्डर तो उस तो बाद वो कर रहे ਹੁਣ ਠੀਕ ਪਹੁੰਚ ਗਏ ਹੋ? ਓਕੇ। ਇਹਦੀ ਦੀਦੀ ਆ 4th ਈਅਰ ਚ ਹੈ, ਇਹ ਤਾਂ ਸਾਡੇ ਨਾਲ ਹੈ। ਅੱਛਾ ਇਹ ਪਹਿਲੇ ਇਹਨੇ ਵੀ ਸਾਡੇ ਨਾਲ ਬਾਈ ਨੂੰ ਹੀ ਕਰਾਣੀ ਸੀਗੀ ਟਿਕਟ। ਇਹਦੀ ਮੰਮੀ ਨੇ ਵੀ ਕਿਹਾ ਤੂੰ ਬਾਈ ਨੂੰ ਆ ਜਾ, ਤੇ ਇਹ ਵੀ ਬਾਈ ਨਾਲ ਚੱਲੀ। ਫਿਰ ਇਹਨੇ ਆਪਣੀ ਦੀਦੀ ਨੂੰ ਕਿਹਾ ਕਿ ਮੈਂ ਨਾ ਜਾਵਾਂ ਆਪਣੇ ਦੋਸਤਾਂ ਨਾਲ, ਤੇ ਉਹਦੀ ਦੀਦੀ ਕਹਿੰਦੀ ਕਿ ਮੈਂ ਤਾਂ 27 ਨੂੰ ਜਾਣਾ, तो मैं अपने दोस्तों ਨਾਲ आना। फिर अपनी दीदी करके रुक गया। ਕੋਈ ਨਹੀਂ ਤੁਸੀਂ ਆਮ ਜਿਹੜੇ ਹੁਣ ਇੱਥੇ ਆ ਗਏ ਆ ਉਹ ਕੀ ਕਰਦੇ ਕੀ ਪਏ, ਉਹਨਾਂ ਨਾਲ ਗੱਲ ਕਰਨੀ ਸੀ। ਲਾਓ कॉल ही करना, ਹੋਰ ਸਿੱਧੀ ਗੱਲ कॉल ही करना, वीडियो कॉल तो नहीं, ਵੀਡੀਓ ਕਾਲ बात ਕੋਈ कर ਨਹੀਂ ਆਡੀਓ ਕਰ ਲੈਂਦੇ ਆ। बस यही दसना ना कि उत्थे हाँ, की पर करना? पंजाबी ਇਹ ਕੌਣ ये हरियाणा का है, ये मेरा ग्रुपमेट है। साडे अच्छा, साउथ ठीक है। के भी बच्चे हैं, पंजाब के भी है। मैं कल ग्रुप च पूछा, कहते सी थक चुके। ਆਓ ਚਲ ਕੋਈ ਨਹੀਂ, ਬਿਜ਼ੀ ਹੋਣਾ। ਇਦਾਂ ਕਰਦੇ ਇਹਨੂੰ ਕੋਈ ਛੋਟੀ ਜਿਹੀ ਕਲਿੱਪ ਬਣਾ ਕੇ ਭੇਜ ਦੇ ठीक है, ਕਿ ਮਤਲਬ ਕਿੱਦਾਂ ਕੀ ਕਹਿਣਾ ਚਾਹੁੰਦਾ ਵੀਡੀਓ government ਚ। ਨੂੰ। ਹਾਂ ਮੇਨ ਚੀਜ਼ ਉਹ ਨਹੀਂ, ਗਵਰਨਮੈਂਟ ਨੂੰ ਕੀ ਕਹਿਣਾ ਚਾਹੁੰਦਾ, ਕੋਈ ਮਿਲਿਆ ਕੁਛ ਤੈਨੂੰ? बाकी तो मैं सोचती गवर्नमेंट के अगेंस्ट कुछ भी ना बोल गई सी। ਨਹੀਂ ਨਹੀਂ ਅਗੇਂਸਟ ਨਹੀਂ ਹੁੰਦਾ ਅਸੀਂ, ਮੈਂ ਕਿਹੜਾ ਅਗੇਂਸਟ हेलो, हाँ हाँ वो यार मैंने बोला था ना कल इंटरव्यू के बारे में मैंने किधर है मेरा बताया था, हाँ इस आवाज आओगी शायद कुछ तो वॉल्यूम खोला हाँ ये वॉल्यूम नहीं है वैसे। करो। पूछूं मैं तुझसे, बताएगा दीदी हैं साथ में, हिंदी में बोल लेना। ब्रेकफास्ट कर रहे ये गया सी या दोनों फंसे से, दोनों अच्छा बहन दोनों ही भैन भरा उनका फिर छोटी अच्छा क्लिप बना के सुन, भेज तू दो। ना अपनी ना एक क्लिप बना के भेज देगा, उसमें यही बताना कि तुम वहाँ पे रहे कैसे और मतलब वहाँ की थोड़ी सी सिचुएशन। हाँ मैं कल करना हाँ, एक मिनट बात करना। यार मुझे चाहिए कि ऐसे जैसे अभी इसकी मैंने इंटरव्यू ली थी तो इसने उसके बारे में क्या सिचुएशन हुई, कैसे रहे, तुम एक ऐसी छोटी सी क्लिप बना के भेज देना, 1 मिनट की, 2 मिनट की, 3 मिनट की, 5 की भी हो जाएगी, नो प्रॉब्लम। मतलब जिसमें तुमने एक मैसेज देना है सोसाइटी को कि क्या हुआ और कैसे करना चाहिए इन फ्यूचर में, और तुम्हारे साथ गवर्नमेंट ने कैसे बिहेव किया, वो 2 मेन चीज़। और तीसरा अपनी मर्जी से तुम कुछ भी कह सकते हो। हाँ जी हाँ, वो फोटो अगर भेज दोगे तो अच्छा है, फोटो वीडियो कुछ भी भेज दो। हाँ ठीक है, ओके भेज देना इसको, ये मुझे फॉरवर्ड कर देगी। ठीक, थैंक यू वेरी मच, थैंक यू वेरी मच। अच्छा ये दोनों का ਇਹਦੀ ਦੀਦੀ ਆ 4th ਈਅਰ ਚ ਹੈ, ਇਹ ਤਾਂ ਸਾਡੇ ਨਾਲ ਹੈ। अच्छा ये पहले ਇਹਨੇ ਵੀ ਸਾਡੇ ਨਾਲ ਬਾਈ ਨੂੰ ਹੀ ਕਰਾਣੀ ਸੀਗੀ ਟਿਕਟ। ਇਹਦੀ ਮੰਮੀ ਨੇ ਵੀ ਕਿਹਾ ਤੂੰ ਬਾਈ ਨੂੰ ਆ ਜਾ, ਤੇ ਇਹ ਵੀ ਬਾਈ ਨਾਲ ਚੱਲੀ। ਫਿਰ ਇਹਨੇ ਆਪਣੀ ਦੀਦੀ ਨੂੰ
ਕਿਹਾ ਕਿ ਮੈਂ ਨਾ ਜਾਵਾਂ ਆਪਣੇ ਦੋਸਤਾਂ ਨਾਲ, ਤੇ ਉਹਦੀ ਦੀਦੀ ਕਹਿੰਦੀ ਕਿ ਮੈਂ ਤਾਂ 27 ਨੂੰ ਜਾਣਾ, तो मैं अपने दोस्तों ਨਾਲ ਆਣਾ। ਫਿਰ ਆਪਣੀ ਦੀਦੀ ਅੱਗੇ ਰੁਕ ਗਿਆ और फिर फंस गया। ਫਸ ਗਿਆ ਦੀਦੀ ਨਾਲ ਹੋ ਗਿਆ। ਦੀਦੀ ਮੈਂ ਕਹਿੰਦਾ ਦੀਦੀ ਨੂੰ ਕਰ ਲੈਣੀ ਨਾਲ ਠੀਕ ਆ, ਹੁਣ ਇਕੱਠੇ ਆਣਾ ਸੀ ਪਰ ਹੁਣ ਆ ਗਏ ਨਾ ਸਹੀ ਸਲਾਮਤ, ਇਹ ਵੀ ਠੀਕ ਹੋ ਗਿਆ। ਇਹਦੀ ਫੋਟੋ ਹੈਗੀ, ਇਹਦੀ ਫੋਟੋ ਆਈ ਸੀ ਅਖਬਾਰ 'ਚ, ਮੇਰੀ ਵੀ ਆਈ ਸੀ ਅਖਬਾਰ 'ਚ। ਅੱਛਾ ਜੀ, ਖਵਾਰ ਚ ਤੇ ਰਾਣੀ ਦੀ ਇਹਦੀ ਗੱਲਾਂ, ਇਹਦੀ ਫੋਟੋ ਜਿਹੜੀ ਅਖਬਾਰ 'ਚ ਆਈ ਇਹਦੀ ਤੇ ਦੀ ਉੱਥੇ ਦੀ ਅਖਬਾਰ 'ਚ। ਅੱਛਾ ਉੱਥੇ ਦੀ ਆਵਾਜ਼ ਨਹੀਂ ਉੱਥੇ ਦੀ ਮਤਲਬ ਹਿੰਦੀ ਕੋਈ ਅਖਬਾਰ ਆਇਆ ਇਹ ਦੋਨੋਂ ਭੈਣ ਭਰਾ। अच्छा ये इत्थे तो लिखा कि गोली मारने के आदेश थे, तिरंगा हाथ में था, और ना डर लगना किसी की हिम्मत। ये की लिखा है? ਇਹ ਬਕਵਾਸ ਸਾਡੇ ਨਾਲ ਤਾਂ ਕੁਝ ਨਹੀਂ ਹੈ। ਆ ਸੁਣ ਲਓ ਜੀ ਕੀ ਲਿਖਿਆ, ਐ ਨਹੀਂ ਫਾਲਤੂ ਚ ਹੀ ਲਿਖਿਆ ਪਿਆ ਕਿ ਇਦਾਂ ਅਸੀਂ ਗੋਲੀ ਮਾਰਨੇ ਕੋ ਕਿ ਉੱਥੇ ਦੀ ਉਦਾਂ ਹੀ ਗੋਲੀਆਂ ਚਲਾ ਰਹੇ ਸੀ। ਇਦਾਂ ਨਹੀਂ ਹੋਇਆ, ਉਹ ਨਾ ਜਿਸ ਦਿਨ ਉਹਨਾਂ ਨੇ ਰੇਲਵੇ ਸਟੇਸ਼ਨ ਜਾਣਾ ਸੀ 7 ਫੈਬ ਨੂੰ, ਇਹਨਾਂ ਨੇ ਡਿਸਾਈਡ ਕੀਤਾ 7 ਫੈਬ ਨੂੰ ਡਿਸਾਈਡ ਕੀਤਾ ਕਿ ਰੇਲਵੇ ਸਟੇਸ਼ਨ ਜਾ ਕੇ ਟ੍ਰੇਨ ਦੇ ਥਰੂ ਬਾਰਡਰ ਤੱਕ ਪਹੁੰਚਾਂਗੇ। ਤੇ ਜਿੱਦਾਂ ਹੀ ਰੇਲਵੇ ਸਟੇਸ਼ਨ ਤੱਕ ਪਹੁੰਚੇ ਤੇ ਬੰਬ ਡਿੱਗ ਗਿਆ ਇਹਨਾਂ ਦੇ ਸਾਹਮਣੇ ਇੱਕ ਸਭ ਦੇ ਬੌਂਡ ਕੁਛ ਨੁਕਸਾਨ। ਫਿਰ ਇਹ ਲੋਕ ਭੱਜੇ, ਇਹ ਲੋਕ ਮੈਟਰੋ ਸਟੇਸ਼ਨ ਦੇ ਅੰਦਰ ਬੰਕਰਸ ਉਹਨਾਂ ਦੇ ਉੱਥੇ ਦੇ ਬੇਸਮੈਂਟ 'ਚ ਛੁਪੇ ਰਹੇ। ਫਿਰ ਉਸ ਤੋਂ ਬਾਅਦ ਉੱਥੇ ਟ੍ਰੇਨ ਫੜਨ ਦੀ ਕੋਸ਼ਿਸ਼ ਕੀਤੀ, ਬਟ ਉੱਥੇ ਵੀ ਬਹੁਤ ਜ਼ਿਆਦਾ ਰੇਸਿਜ਼ਮ ਹੋਇਆ ਕਿ ਯੂਕਰੇਨੀਅਨਸ ਨੂੰ ਪਹਿਲਾਂ ਪ੍ਰਾਇੋਰਟੀ ਦਿੱਤੀ ਸੀ, ਪਹਿਲਾਂ ਉਹ ਜਾਓਗੇ। ਹਾਂ, ਇਹਨਾਂ ਨੂੰ ਚੜ੍ਹਨ ਹੀ ਨਹੀਂ ਦੇ ਰਹੇ ਸੀ, ਇੰਡੀਅਨਸ ਨੂੰ ਚੜ੍ਹਨ ਨਹੀਂ ਦੇ ਰਹੇ, ਮਾਰਿਆ ਵੀ ਬੱਚਿਆਂ ਨੂੰ ਔਰ ਉਸ ਤੋਂ ਬਾਅਦ ਓਪਨ ਫਾਇਰ ਵੀ ਕੀਤਾ। ਅੱਛਾ ਓਪਨ ਫਾਇਰ ਵੀ ਹੋਏ ਆ, ਔਰ ਉਹ ਪ੍ਰੈਫਰੈਂਸ ਆਬਵੀਅਸਲੀ ਉਹਨਾਂ ਨੇ ਆਪਣੀ ਕੰਟਰੀ ਦੇ ਨੂੰ ਦਿੱਤਾ ਕਿ ਤੁਸੀਂ ਪਹਿਲਾਂ ਚੜੋ ਬਾਕੀ ਬਾਅਦ ਚ ਜਾਣਗੇ। ਅੱਛਾ ਇਹ ਤਾਂ ਫਿਰ ਇਹ ਇੱਕ ਨਿਊਜ਼ ਵੀ ਆਈ ਵੀ ਇੱਥੇ ਇਹ ਇਹਨਾਂ ਦੀ ਵੀ ਦਿਖਾਵਾਂਗੇ ਤੁਹਾਨੂੰ ਕਿ ਬੰਕਰ में गुजारे 6 दिन, सेना ने बढ़ाई मुश्किल, ਇਦਾਂ ਦੀ ਹੈਡਲਾਈਨਸ ਪਾ ਕੇ ਅਖਬਾਰਾਂ 'ਚ ਇੱਥੇ ਆ ਰਿਹਾ। ਉੱਥੇ ਦੀ ਗਵਰਨਮੈਂਟ ਨੇ ਕੁਝ ਤੁਹਾਡਾ ਨਹੀਂ ਕੀਤਾ ਨਾ, ਜੇ ਤੁਹਾਡਾ ਏਜੰਟ ਨਾ ਹੁੰਦਾ ਮੈਨੂੰ ਲੱਗਦਾ ਰੋਟੀ ਦਾ ਵੀ ਨਹੀਂ ਹੋਣਾ ਨਾ, ਫਿਰ ਖਾਣਾ ਵੀ ਬੱਚਿਆਂ ਨੂੰ ਆਪੇ ਮੁਸ਼ਕਿਲ ਸੀਗਾ। ਇਨਫੈਕਟ ਸਰ ਦੱਸ ਰਹੇ ਸੀ, ਕਹਿੰਦੇ ਕਿ ਇੱਕ ਦਿਨ ਇਹ ਲੋਕ ਕੁਝ ਬੱਚੇ ਸਾਡੇ ਸੀਗੇ ਹੋਸਟਲ ਦੇ ਵਿੱਚ, ਕੁਝ ਬੱਚੇ ਮੈਟਰੋ ਦੇ ਵਿੱਚ, ਬੱਚੇ ਕੀ ਕਰਦੇ ਹੋਸਟਲ 1 ਸਾਲ ਰਹਿੰਦੇ ਫਿਰ ਆਪਣੇ ਆਪਣੇ ਫਲੈਟਸ 'ਚ ਸ਼ਿਫਟ ਹੋ ਜਾਂਦੇ, ਉੱਥੇ ਫਲੈਟ 'ਚ ਰਹਿਣ ਲੱਗ ਜਾਂਦੇ। ਤੇ ਉਹ ਬੱਚੇ ਮੈਟਰੋ 'ਚ ਛੁਪੇ ਸੀਗੇ, ਉਹਨਾਂ ਨੂੰ ਮੈਟਰੋ 'ਚ ਜਾ ਕੇ ਖਾਣਾ ਦਿੰਦੇ ਸੀਗੇ। तो बच्चे शायद आए नहीं, सर ने ना 2 बारी चक्कर लगाए, उत्थे दी आर्मी ने नोटिस किया कि गड्डी क्यों घूम रही है, फिर कहते नीचे लटा तो ऊपर गन रखती, पुछन अगे इंस्पैक्शन की कि क्यों, फिर इन्होंने दस्सिया कि साडे दा बच्चे है कॉलेज दे बच्चे से उन्होंने खाना देना। ਅੱਛਾ ਇਦਾਂ ਦਾ ਹੁਣ ਮਿਲਟਰੀ ਨੇ ਕਾਫੀ, ਉਹ ਤਾਂ ਚਲੋ ਪਤਾ ਨਹੀਂ ਉਹਨਾਂ ਨੇ ਸ਼ੱਕ ਦੇ ਤੌਰ ਤੇ ਰੁਕਿਆ ਹੋਣਾ, ਪਰ ਕੋਈ ਇੰਡੀਅਨ ਕੋਈ ਖਾਸ ਕੋਈ ਜਿਹੜੇ ਆ ਕਹਿ ਰਹੇ ਨੇ ਕਿ ਇੰਡੀਅਨ ਹੋਣ ਕਰਕੇ ਬਹੁਤ ਉਹਨਾਂ ਨੂੰ ਫੈਸਿਲਿਟੀਆਂ ਮਿਲੀਆਂ, ਕੁਛ ਇਦਾਂ ਦਾ ਹੋਇਆ ਨਹੀਂ ਹੈ ਰਿਐਲਿਟੀ ਦੇ ਵਿੱਚ ਹਨਾ। और जिस दिन रेलवे स्टेशन भी गए उस तो बाद मेट्रो चढ़ने नहीं दिता, फिर रूट एडवाइजरी आई कि 6 बजे तक खारकीव खाली कर दो। तो 6 बजे तक कितना खाली कर देंगे, कोई ट्रांसपोर्ट नहीं सी, कोई बस ट्रक कुछ नहीं आ रहा ਤਾਂ सी। ਜਿਹੜੇ ਆ ਤੁਰ ਕੇ ਕਹਿੰਦੇ ਗਏ ਅਸੀਂ ਇਹ ਉਸ ਐਡਵਾਈਜ਼ਰੀ 'ਚ ਇਹ ਲਿਖਿਆ ਸੀ ਪਹਿਲਾਂ ਬੱਚੇ ਕਿ ਨਹੀਂ ਜਾ ਪਾ ਰਹੇ ਸੀ, ਫਿਰ ਐਡਵਾਈਜ਼ਰੀ ਇਹ ਆਈ ਕਿ 3 ਪਿੰਡ ਹੈਗੇ, ਫਿਰ ਸੋਚੇ 2 ਹੋਰ ਪਿੰਡ ਸੀਗੇ, ਉੱਥੇ ਤੱਕ ਚਲੇ ਜਾਓ। ਉੱਥੇ ਤੱਕ ਇਹ ਲੋਕ 17 ਕਿਲੋਮੀਟਰ ਹੈ, ਕਹਿੰਦੇ ਪੈਦਲ ਅਸੀਂ ਗਏ। ਪੈਦਲ ਜਦੋਂ ਜਾ ਰਹੇ ਸੀ ਵਿੱਚ ਗੋਲੀਆਂ ਚੱਲ ਰਹੀਆਂ ਸੀ, ਪਲੇਨ ਆਇਆ ਲਾਗੇ ਬਿਲਡਿੰਗ ਤੇ ਬੰਬ ਗਿਰ ਕੇ ਚਲੇ ਗਿਆ, ਇੱਦਾਂ ਵਿੱਚ ਦੌੜ ਰਹੇ ਸੀਗੇ ਸਭ ਦੇ ਬੱਚੇ, ਆਪਣੇ ਲਗੇਜ ਵਗੈਰਾ ਇੱਦਾਂ ਹੀ ਸੁੱਟ ਦਿੱਤਾ, ਜੋ ਬੈਗ ਬਾਏ ਸੀਗੇ ਪਿੱਠੂ ਬੈਗ ਉਹੀ ਬੱਚੇ ਬਸ ਉਹੀ ਜਿੰਨਾ ਕਿ ਚੱਕ ਸਕਣ ਦੀ ਕੈਪੈਸਿਟੀ ਬਚੀ ਸੀ ਭੱਜ ਗਏ ਔਰ 17 ਕਿਲੋਮੀਟਰ ਚੱਲ ਕੇ ਕਿਸੇ ਸਕੂਲ ਜਾਂ ਕਿਸੇ ਗਾਉਂ ਦੇ ਵਿੱਚ ਲੋਕ ਪਹੁੰਚੇ ਸੀ। ਲੋਕੀ ਕਾਫੀ ਡੇਂਜਰਸ ਸਿਚੁਏਸ਼ਨ ਤੋਂ ਨਿਕਲ ਕੇ ਆਏ ਹਨ। और उस तो बाद क्या कि रिलेटिवली सेफर जगह है, उत्थे कोई बॉम्ब वगैरह कुछ नहीं, इंडियन एम्बेसी ने देखा कि सेफ है, तो रात कड्डी सवेरे फिर उस जगह के बॉम्ब वगैरह उत्थे भी गिरने शुरू हो गए। ਉਹ ਤਾਂ ਫਿਰ ਹਮਲਾ ਹੀ ਹੋ ਗਿਆ, ਤਾਂ ਫਿਰ ਤਾਂ ਕਿਤੇ ਵੀ ਬੰਬ ਡਿੱਗ ਸਕਦਾ ਨਾ, ਉਹਨੇ ਤਾਂ ਫਿਰ ਦੇਖਣਾ ਨਹੀਂ ਕਿ ਇੰਡੀਅਨ ਵਾਲਾ ਬੈਠਾ ਹੈ ਜਾਂ ਕਿਹੜਾ ਵੀ ਬੈਠਾ ਹੈ, ਉਹਨੇ ਤਾਂ ਸਿੱਧਾ ਹੀ ਠਾਠਾਈ ਕਰਨੀ। ਤੇ ਜਿਹੜੇ ਬਾਰਡਰਾਂ ਦੇ ਬੰਦੇ ਪਹੁੰਚੇ ਉੱਥੇ, ਜਿੱਦਾਂ ਪੋਲੈਂਡ ਦਾ ਬਾਰਡਰ ਪੈਂਦਾ ਨਾਲ ਰੋਮਾਨੀਆ, ਤਾਂ ਉਹ ਉਹਨਾਂ ਦੀ ਕੰਟਰੀ ਵਾਲਿਆਂ ਨੇ ਤੁਹਾਨੂੰ ਐਕਸੈਪਟ ਕੀਤਾ ਕਿ ਆ ਜਾਓ। ਇੰਡੀਆ ਦੇ ਇੱਕ ਤਾਂ ਐਕਚੁਅਲ ਮੇਨ ਪ੍ਰੋਬਲਮ ਸੀਗੀ ਕਿ ਬਾਰਡਰ ਤੱਕ ਪਹੁੰਚਣਾ ਤੇ ਬਾਰਡਰ ਕ੍ਰਾਸ ਕਰਨਾ। तो स्टार्टिंग ਵਿੱਚ ਬਾਰਡਰ ਤੱਕ ਕਈ ਬੱਚੇ ਜਿਹੜੇ ਟ੍ਰੇਨ ਫੜ ਕੇ ਪਹਿਲਾਂ ਚਲੇ ਗਏ, ਉਹ ਤਾਂ ਜਿਹੜੇ ਬਾਰਡਰ ਤੱਕ ਪਹੁੰਚੇ ਉਹਨਾਂ ਨੇ ਉੱਥੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ, ਉਹਨਾਂ ਨੂੰ ਲਾਈਨ 'ਚ ਕਿੰਨੇ ਦਿਨ 27 ਆਵਰਸ ਤੱਕ
ਵੇਟ ਕਰਦੇ ਸੀਗੇ ਲਾਈਨ 'ਚ, ਆਪਣਾ ਅੱਛਾ, line ਨੰਬਰ ਨਾਲ। ਡਾਊਨ ਆਊਗਾ ਉਦੋਂ ਜਾਵਾਂਗੇ। ਉਹਦੇ ਵਿੱਚ ਮੈਂ ਪਹਿਲਾਂ ਬੱਚਿਆਂ ਨੂੰ ਬਹੁਤ ਰੇਸਿਜ਼ਮ ਵਗੈਰਾ 'ਚ ਵੀਡੀਓ ਵੀ ਪਾਈ ਸੀ ਕਿ ਕੁੜੀਆਂ ਨੂੰ ਵੀ ਬਹੁਤ ਮਾਰਿਆ, ਮਤਲਬ ਬੱਚਿਆਂ ਨੂੰ ਮਾਰਿਆ, ਸਭ ਨੂੰ ਮਾਰਿਆ। ਉੱਥੇ ਫਿਰ ਉਹ border ਤੇ। ਆਪਣਾ ਸਿਸਟਮ ਬਣਾਉਣ ਲਈ ਕਿ ਲਾਈਨ 'ਚ ਆਓ, ਤੁਹਾਡੀ ਵਾਰੀ ਜਦੋਂ ਆਏਗੀ ਉਦੋਂ ਆਓ, ਜਿਹੜੇ ਕੁਛ ਇੱਧਰ ਉੱਧਰ ਹੋਏ ਤਾਂ ਉਹਨਾਂ ਨੂੰ ਮਾਰ ਪਿਟਾਈ ਵੀ ਕੀਤੀ ਗਈ ਹੋਈ ਹੈ। ਫਿਰ ਬੱਚਿਆਂ ਨੇ ਵੀਡੀਓਜ਼ ਵਗੈਰਾ ਬਣਾਈ ਨਾ ਕਿ ਇੱਦਾਂ ਸਾਡੇ ਨਾਲ ਹੋ ਰਿਹਾ। ਫਿਰ ਉਸ ਤੋਂ ਬਾਅਦ ਗਵਰਨਮੈਂਟ ਨੇ ਆਪਣੇ ਚਾਰ ਬੰਦੇ ਕੱਲੇ ਹਰ ਬਾਰਡਰ ਤੇ, ਹੰਗਰੀ, ਰੋਮਾਨੀਆ, ਪੋਲੈਂਡ, ਇਹ ਸਭ ਬਾਰਡਰਸ ਤੇ ਕੱਲੇ। ਫਿਰ ਥੋੜਾ ਸਿਸਟਮੈਟਿਕਲੀ ਬੱਚੇ ਨਿਕਲਣੇ ਸ਼ੁਰੂ ਹੋਏ। ਤਾਂ ਇਹ ਸਾਰੇ ਜਿੱਦਾਂ ਅਸੀਂ ਵੀ ਉਹ ਸੁਣੀ ਤੇ ਇੱਕ ਵੀਡੀਓ ਵੀ ਦੇਖੀ ਸੀ ਜਿਹਦੇ ਵਿੱਚ ਪਲੇਨ 'ਚ ਬੈਠੇ ਬੰਦੇ ਉਹ ਆ ਰਹੇ ਆ ਤੇ ਉਹ ਨਾਰੇ ਲਗਾ ਰਹੇ ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ। ਜਦੋਂ ਫਿਰ ਲੋੜ ਪੈਂਦੀ ਹੈ ਉਹਦੇ ਟੁੱਟੀਆਂ ਬਾਹਾਂ ਫਿਰ ਗਲੇ ਨੂੰ ਹੀ ਆਉਂਦੀਆਂ ਹੁੰਦੀਆਂ, ਆਪਣੇ ਘਰ ਨੂੰ ਵਾਪਸ ਆਏ ਆ। ਪਰ ਗੌਰਮੈਂਟ ਦਾ ਕੋਈ ਐਡਾ ਖਾਸ ਰੋਲ ਨਹੀਂ ਸੀ ਜਿਹਦੇ ਵਿੱਚ ਉਹ ਮੋਦੀ ਜੈ ਜੈਕਾਰ ਦੇ ਨਾਰੇ ਵੀ ਲਗਾਏ ਗਏ। ਵੈਸੇ ਉਹ ਕੁਛ ਨੇ ਜਵਾਬ ਦਿੱਤਾ, ਵਿੱਚੋਂ ਕੁਛ ਨੇ ਨਹੀਂ। ਤਾਂ ਉਹ ਸ਼ਾਇਦ ਵੀਡੀਓ ਤੁਸੀਂ ਵੀ ਦੇਖੀ ਹੋਣੀ ਨਾ, ਤੇ ਲੋਕਾਂ ਨੂੰ ਕੁਝ ਮਿਸਗਾਈਡ ਵੀ ਕੀਤਾ ਗਿਆ ਸ਼ਾਇਦ, ਉੱਥੇ ਵੀ ਬਹੁਤ ਇਦਾਂ ਹੋਇਆ ਨਾ। ਬੱਚੇ ਅੰਬੈਸੀ ਨੇ ਜ਼ਿਆਦਾ ਹੈਲਪ ਨਹੀਂ ਕੀਤੀ, ਮਤਲਬ ਬਾਰਡਰ ਕ੍ਰਾਸ ਕਰ ਲਿਆ। ਉਸ ਤੋਂ ਬਾਅਦ ਬਸ ਇਹ ਕਹਿ ਸਕਦੇ ਗਵਰਨਮੈਂਟ ਨੇ ਹਾਂਜੀ ਪਲੇਨਸ ਕੱਲੇ 에ਅਰ ਫੋਰਸ ਦੇ ਪਲੇਨ ਗਏ। ਉਹ ਜਿਹੜੇ 에ਅਰ ਫੋਰਸ ਦੇ ਪਲੇਨ ਗਏ ਸੀ ਉਹਦਾ ਵੀ ਪੈਸੇ ਚਾਰਜ ਕੀਤੇ ਗਏ? ਨਹੀਂ, ਉਹਦਾ ਨਹੀਂ free ਹੋਣੇ ਆ? ਉਹ ਫ੍ਰੀ ਕੀਤਾ ਬੱਚੇ, ਉਹ ਫ੍ਰੀ। ਉਹ 3-4 ਪਲੇਨ ਐਂਡ 'ਚ ਗਏ ਐਂਡਿੰਗ 'ਚ ਨਾ 에ਅਰ ਫੋਰਸ ਦੇ। ਉਸ ਤੋਂ ਬਾਅਦ ਫਲਾਈਟਸ, ਇਹੀ ਚੀਜ਼ ਹੈ ਨਾ ਕਿ ਜੇ ਆਹੀ ਚੀਜ਼ ਪਹਿਲਾਂ ਕੀਤੀ ਜਾਂਦੀ, ਇੱਕ ਡੈਡਲਾਈਨ ਦੇ ਦਿੱਤੀ ਜਾਂਦੀ। ਪਲੇਨ ਇੱਕ ਦਿਨ ਦਾ ਸਿਰਫ ਇੱਕ ਪਲੇਨ ਤਾਂ ਬਹੁਤ ਘੱਟ ਹੈ ਨਾ, ਜ਼ਿਆਦੀਆਂ ਫਲਾਈਟਸ ਹੁੰਦੀਆਂ, ਜ਼ਿਆਦੀਆਂ ਟਿਕਟਸ ਥੋੜਾ ਨਾਰਮਲ ਜੈਨੂਅਨ, ਇਹ ਨਹੀਂ ਕਿ ਫ੍ਰੀ ਜੀ, ਥੋੜਾ ਨਾਰਮਲ ਜੈਨੂਅਨ ਰੇਟ ਰੱਖਦੇ ਤੇ ਸਭ ਬੱਚੇ ਆ ਜਾਂਦੇ ਟਾਈਮ ਨਾਲ, ਇੰਨੇ ਕ੍ਰਾਈਸਿਸ ਨਹੀਂ ਫੇਸ ਕਰਦੇ। ਪ੍ਰੋਬਲਮ ਇਹ ਹੈ। ਇਹ ਸਮਝਣ ਵਾਲੀ ਗੱਲ ਹੈ ਕਿ ਜਿਹੜੀ ਤੁਸੀਂ ਐਡਵਾਈਜ਼ਰੀ ਬਾਅਦ 'ਚ ਕਰਦੇ ਪਏ ਆ, ਜਿਹੜੇ ਪਲੇਨ ਬਾਅਦ 'ਚ ਭੇਜਦੇ ਆ, ਜੇ ਤੁਸੀਂ ਥੋੜਾ ਪਹਿਲਾਂ ਭੇਜਦੇ ਤਾਂ ਸੁੱਖ ਸ਼ਾਂਤੀ ਨਾਲ ਆਰਾਮ ਨਾਲ ਸ਼ਾਇਦ ਉਹ ਜਿਹੜਾ ਨਹੀਂ ਵਾਪਸ ਆਇਆ ਉਹ ਵੀ ਸ਼ਾਇਦ ਵਾਪਸ ਆ ਜਾਂਦਾ। ਇਦਾਂ ਹੋ ਜਾਣਾ ਸੀ ਨਾ, ਕਿਉਂਕਿ ਅਗਰ ਅਮਰੀਕਾ ਆਪਣੇ ਬੱਚਿਆਂ ਨੂੰ ਇੱਕ ਡੈਡਲਾਈਨ ਦੇ ਸਕਦਾ ਸੀ, ਟਰਕੀ ਵਾਲੇ ਦੇ ਸਕਦੇ ਸੀ, ਫਿਰ ਇੰਡੀਆ ਕਿਉਂ ਨਹੀਂ? ਇੰਡੀਆ ਵਾਲੇ ਜਦਕਿ ਇੰਡੀਆ ਦੀ ਮਿੱਤਰਤਾ ਕਹਿੰਦੇ ਰਸ਼ੀਆ ਨਾਲ ਆ, ਔਰ ਇਹਨਾਂ ਨੂੰ ਅੰਦਰੋਂ ਅੰਦਰੀ ਤਾਂ ਸ਼ਾਇਦ ਪਤਾ ਹੀ ਹੋਣਾ ਕਿ ਇਹ ਅਟੈਕ ਹੋਣ ਵਾਲਾ। ਤੇ ਜੇ ਉਸ ਗੱਲ ਨੂੰ ਸਮਝ ਕੇ ਜਾਂ ਕੁਝ ਮੰਨ ਕੇ, ਜਿੱਦਾਂ ਹੁਣ ਅਖਬਾਰਾਂ 'ਚ ਸੁਣਦੇ ਕਿ ਉਹ ਕਹਿ ਰਹੇ ਕਿ ਮੋਦੀ ਸਾਹਿਬ ਨੇ 7-8 ਘੰਟੇ ਦੀ ਪਤਾ ਨਹੀਂ ਲੜਾਈ ਰਕਾਤੀ, ਉਹ ਹਿਊਮੈਨਿਟੇਰੀਅਨ ਕੋਰੀਡੋਰ ਕੁਝ ਘੰਟੇ ਲਈ ਬੰਦ ਹੁੰਦੀ ਹੈ ਤੇ ਉਹਦੇ ਵਿੱਚ ਉਹ ਆਮ ਪਬਲਿਕ ਲਈ ਉਹ ਬਣਾਇਆ। ਉਹ ਸਾਰਿਆਂ ਲਈ ਹੁੰਦਾ ਹੈ, ਕੁਛ ਇਹਦੇ ਵਿੱਚ ਕੋਈ ਇਹਨਾਂ ਦਾ ਐਡਾ ਖਾਸ ਯੋਗਦਾਨ ਨਹੀਂ ਸੀ। ਪਰ ਕੁਛ ਇੱਥੇ ਦਾ ਮੀਡੀਆ ਕਹਿ ਸਕਦੇ ਆ ਉਹ ਬਸ ਆਪਣੀਆਂ ਕਹਾਣੀਆਂ ਸਟੋਰੀਆਂ ਸੁਣਾ ਕੇ ਕਿ ਆਪਣੀ ਥੋੜੀ ਵੋਟਾਂ ਕਰਕੇ ਵੀ ਥੋੜਾ ਆਪਣਾ ਨਾਮ ਵਧਾਉਣ ਲਈ ਕਿ ਗਲਤ ਇਨਫੋਰਮੇਸ਼ਨ ਦਿੰਦੇ ਆ। ਸੋ ਇਦਾਂ ਦੀਆਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਕਿ ਜਿੱਦਾਂ ਵੀ ਕੋਈ ਵੀ ਨਿਊਜ਼ ਆ ਰਹੀ ਹੈ ਟੀਵੀ 'ਚ, ਉਹ ਇਹ ਸੋਚ ਕੇ ਨਹੀਂ ਕਿ ਹਾਂ ਵੀ ਜੋ ਇਹ ਆ ਗਿਆ ਸ਼ਾਇਦ ਇਹੀ ਸੱਚ ਆ। ਥੋੜਾ ਹੋਰ ਚੈਨਲ ਵੀ ਸਰਚ ਕਰ ਲਓ, ਥੋੜਾ ਹੋਰ ਵੀ ਦੇਖ ਲਓ, ਕਿਸੇ ਨੂੰ ਮਿਲ ਲਓ, ਕਿਸੇ ਨੂੰ ਪੁੱਛ ਲਓ, ਤਾਂ ਕਿ ਸੱਚ ਸਾਹਮਣੇ ਆਏ ਨਾ। ਸੋ ਇਹ ਸੀ ਸਾਡੀ ਅੱਜ ਦੀ ਗੱਲਬਾਤ ਰਵਿੰਦਰ ਕੌਰ ਜੀ ਨਾਲ, ਤੇ ਥੋੜੀ ਦੇਰ ਬਾਅਦ ਫਿਰ ਮਿਲਦੇ ਹਾਂ। फॉरेन जाके पढ़ना अब्रॉड गलत नहीं है, मतलब इंडिया 'ਚ भी पढ़ना अच्छा है, बाहर पढ़ना भी अच्छा है। इनफैक्ट मेरा प्लान यही सीधा कि फॉरेन अपनी डिग्री कंप्लीट करके इतने इंडिया जाके एमसीए का एग्ज़ाम क्लियर करके इंडिया 'ਚ ही जॉब करनी। तो बाहर जाके पढ़ना कुछ इदा नहीं है कि असी वी वर नॉट गुड एट स्टडीज़, इदा कुछ नहीं होंदा, ये अपनी चॉइस होंदी। ਜਿੱਦਾਂ ਕੁਝ ਬੰਦੇ ਇਦਾਂ ਸੋਚਦੇ ਹੋਣੇ ਜਦੋਂ ਜੇ ਤੁਸੀਂ ਪੂਰਾ ਕੰਪਲੀਟ ਕਰਕੇ ਕੋਰਸ ਵਾਪਸ ਆਉਂਦੇ ਤਾਂ ਫਿਰ ਤੁਹਾਨੂੰ ਕਿੱਦਾਂ ਉਹਨਾਂ ਨੇ ਮਿਲਣਾ ਸੀ, ਤੁਸੀਂ ਦੱਸ ਸਕਦੇ ਕੁਛ ਕਿ ਹਾਂ ਵੀ ਫਿਰ ਸਭ ਨੇ ਘਰ ਆਉਣਾ ਸੀਗਾ, ਸਭ ਨੇ ਵਧਾਈ ਦੇਣੀ ਸੀਗੀ, ਸਭ ਨੇ ਅੱਗੇ ਦਾ ਸਭ ਨੇ ਆਪਣਾ ਰਿਫਰ ਦੱਸਣਾ ਸੀ। ਸਾਨੂੰ ਯਾਦ ਰੱਖਣਾ, ਅਗਰ ਕਦੀ ਵੀ ਸਾਨੂੰ ਜ਼ਰੂਰਤ ਪਏ ਤਾਂ ਸਾਨੂੰ ਵੀ ਆਪਣੇ ਦਿਮਾਗ 'ਚ ਯਾਦ ਰੱਖਣਾ। ਇਹ ਸਭ ਹੁਣ ਤਾਂ ਸਭ ਇਹ ਹੈ ਕਿ ਇੰਨੀ ਜਲਦੀ ਆ ਗਏ, ਹੁਣੇ ਤਾਂ ਗਏ ਸੀਗੇ। ਤੇ ਮਤਲਬ ਕਿ ਲੋਕਾਂ ਦੀਆਂ ਨਜ਼ਰਾਂ ਵੀ ਬਦਲ ਜਾਂਦੀਆਂ ਜੇ ਤੁਸੀਂ ਆਪਣਾ ਕੰਮ ਪੂਰਾ ਨਹੀਂ ਕਰਕੇ ਆਏ। ਇਹ ਜਜਮੈਂਟ ਵਾਲੀ ਚੀਜ਼ ਹੈ, ਸਭ ਜੱਜ ਗਏ ਸੀ, ਜੇ ਉੱਥੇ ਪ੍ਰੋਬਲਮ ਆ ਗਈ ਸੀ ਤਾਂ ਥੋੜਾ ਉੱਥੇ ਰਹਿ ਕੇ ਉਹਨਾਂ ਨੂੰ ਕਿਉਂ ਨਹੀਂ ਸਪੋਰਟ ਕੀਤਾ? ਸਪੋਰਟ ਕਿਉਂ ਨਹੀਂ ਕੀਤਾ? ਮੈਂ ਤਾਂ ਬਲਕਿ ਇਨਫੈਕਟ ਥੋੜਾ ਪਹਿਲਾਂ ਆ ਗਈ, ਔਰ ਐਟ ਦੀ ਐਂਡ ਕੁਛ ਇਦਾਂ ਦੇ ਵੀ ਹੈਗੇ ਸਟੂਡੈਂਟ ਜਿਹੜੇ ਉੱਥੇ ਆਰਮੀ ਨਾਲ ਕੁਛ ਉਹਨਾਂ ਨਾਲ ਟਾਈ ਅਪ ਪਹਿਲੀ ਕਰਕੇ ਗੱਲ ਆਰਮੀ ਸਾਡੀ ਚਲੇ ਗਏ। ਪਹਿਲੀ ਗੱਲ ਅਸੀਂ ਸਟੂਡੈਂਟ ਹੈ, ਵੀ ਨੋਟ ਅਰਨ ਦੇਅਰ, ਅਸੀਂ ਉੱਥੇ ਕਮਾਉਂਦੇ ਨਹੀਂ।
ਠੀਕ ਹੈ। ਉਸ ਤੋਂ ਬਾਅਦ ਸਾਡੀ ਫੈਮਿਲੀ ਇੱਥੇ ਹੈ, ਉਹਨਾਂ ਨੂੰ ਉਹ ਸਾਨੂੰ ਬੋਲਦੇ ਆ ਜੋ ਕਿ ਅਸੀਂ ਸਾਰੀ ਦੁਨੀਆ ਨੂੰ ਸਮਝਾ ਸਕਦੇ, ਆਪਣੇ ਪੇਰੈਂਟਸ ਨੂੰ ਨਹੀਂ ਅਸੀਂ ਚੀਜ਼ ਦੱਸ ਸਕਦੇ, ਉਹਨਾਂ ਨੂੰ ਆਪਣੇ ਬੱਚੇ ਚਾਹੀਦੇ ਆ। ਇਸ ਲਈ ਅਸੀਂ ਆ ਗਏ ਵਾਪਸ, ਉਹਨਾਂ ਨੂੰ ਆਪਣਾ ਬੱਚਾ ਆਪਣੀ ਅੱਖਾਂ 'ਤੇ ਚਾਹੀਦਾ ਹੈ। ਹਾਂਜੀ, ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਬੱਚੇ ਤਾਂ ਸਾਰਿਆਂ ਨੂੰ ਪਿਆਰੇ ਹੁੰਦੇ। ਪੇਰੈਂਟਸ ਨੇ ਤਾਂ ਚਾਹੇ ਉੱਥੇ ਸੈੱਟ ਵੀ ਹੁੰਦੇ, ਠੀਕ ਵੀ ਹੁੰਦੇ, ਉਹਨਾਂ ਨੇ ਕਹਿਣਾ ਸੀ ਜੋ ਨਿਊਜ਼ ਮੀਡੀਆ ਦਿਖਾ ਰਿਹਾ ਉਹਦੇ ਹਿਸਾਬ ਨਾਲ ਤੁਸੀਂ ਵਾਪਸ ਆਓ। ਬੱਚਿਆਂ ਨੂੰ ਘਰਦਿਆਂ ਦੀ ਗੱਲ ਮੰਨਣੀ ਪੈਂਦੀ ਆ, ਤੇ ਇਹ ਮੰਨ ਕੇ ਥੋੜਾ ਛੇਤੀ ਆ ਗਏ, ਤੇ ਬਾਕੀ ਥੋੜਾ ਟਾਈਮ ਵੀ ਲੱਗ ਗਿਆ, ਸ਼ਾਇਦ ਇੱਕ ਦੀ ਡੈਥ ਵੀ ਹੋ ਗਈ ਆ। ਹਾਂ, ਸਾਡੇ ਹੀ ਯੂਨੀਵਰਸਿਟੀ ਦੇ ਸੀਗੇ, ਸੀਨੀਅਰ ਸੀਗੇ ਸਾਡੇ, ਜਾਣਦੇ 4th year। ਇਹਨਾਂ ਨੇ ਅੱਛਾ, ਇੰਨੀ ਇੰਟਰੋਡਕਸ਼ਨ ਨਹੀਂ ਹੋਈ ਸੀ ਉਹਨਾਂ ਨਾਲ, ਇਹਨਾਂ ਦੇ ਸੀਨੀਅਰ ਹੀ ਸੀ ਜਿਨ੍ਹਾਂ ਦੀ ਡੈਥ ਹੋਈ ਹੈ। ਮੇਰੇ ਖਿਆਲ ਚੰਦਨ ਕੁਛ ਏਦਾਂ ਨਾਮ, ਪਤਾ ਨਹੀਂ ਨਾਮ ਮੈਨੂੰ ਐਗਜ਼ੈਕਟ ਯਾਦ ਨਹੀਂ। ਬੈਂਗਲੌਰ ਦੇ ਰਹਿਣ ਵਾਲੇ। ਹਾਂ, ਉਹਨਾਂ ਦੀ ਉਹ ਹਮਲੇ ਦੇ ਵਿੱਚ ਮੌਤ ਵੀ ਹੋ ਗਈ ਸੀ, ਪਰ ਇਹ ਖੁਸ਼ਕਿਸਮਤ ਨੇ ਕਿ ਇੱਥੇ ਸਾਡੇ ਨਾਲ ਬੈਠੇ ਨੇ। ਮੈਂ ਹੁਣ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਜਿਹੜੇ ਇਨ ਫਿਊਚਰ ਸਟੂਡੈਂਟ ਪਲਾਨਿੰਗ ਕਰ ਰਹੇ ਨਾ MBBS ਦੀ, ਇੱਥੇ ਚਲੋ ਕਾਲਜ ਹਜੇ ਇੰਨੇ ਨਹੀਂ ਹੈ, ਸੀਟਾਂ ਨਹੀਂ ਹੈ, ਪਰ ਜਿਹੜੇ ਇਨ ਫਿਊਚਰ ਅੱਗੇ ਸਟੂਡੈਂਟ ਜਾਣਾ ਚਾਹੁੰਦੇ ਆ, ਉਹ ਹੁਣ ਕੀ ਉਹਨਾਂ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ? ਮੈਂ ਇਹੀ ਕਹੂੰਗੀ ਕਿ ਅਗਰ ਤੁਸੀਂ ਚਾਹੇ ਪੜ੍ਹਾਈ ਇੰਡੀਆ 'ਚ ਕਰਨਾ ਚਾਹੁੰਦੇ ਹੋ, ਬਾਹਰ ਕਰਨਾ ਚਾਹੁੰਦੇ ਹੋ, ਉਹ ਤੁਹਾਡੀ ਮਰਜ਼ੀ ਹੈ, ਤੁਹਾਡਾ ਆਪਣਾ ਡਿਸੀਜ਼ਨ ਹੋਣਾ ਚਾਹੀਦਾ ਹੈ, ਠੀਕ ਹੈ। ਕੋਈ ਵੀ ਚੀਜ਼ ਹੈ, ਅਗਰ ਰਿਸਰਚ ਕਰੋ, ਇਨਫੋਰमेशन लो और फिर अपना डिसीज़न लो। और यूक्रेन अच्छी जगह है, ब्यूटीफुल है, बीइंग नेचर, मैंने बहुत नेचर देखना पसंद है और बहुत सोहनी जगह है, अच्छी है, और पैटर्न भी सब अच्छा है, और इंडिया भी अच्छा है, इंडिया 'ਚ भी पढ़ना बुरा नहीं, पर इंडिया ਵਿੱਚ ਇਹ ਹੈ ਕਿ ਜਨਰਲ ਕੈਟਾਗਰੀ ਵਾਲੇ ਲੋਕ, ਜਨਰਲ ਕੈਟਾਗਰੀ ਨਾਲ ਦੀ ਕੱਟ ਆਫ ਬਹੁਤ ਹਾਈ ਹੁੰਦੀ ਹੈ, ਔਰ ਗਵਰਨਮੈਂਟ ਸੀਟ ਸਾਡੇ ਲਈ ਘੱਟ ਹੈ, और प्राइवेट थोड़ी काफ़ी कॉस्टली। ਕਿਉਂਕਿ ਹੁਣ ਤਾਂ ਲੋਕੀ ਮੈਨੂੰ ਲੱਗਦਾ 5-7 ਸਾਲ ਤਾਂ ਕੋਈ ਸੋਚੇਗਾ ਨਹੀਂ ਯੂਕਰੇਨ ਜਾਣ ਦੇ ਬਾਰੇ, ਕਿਉਂਕਿ ਤੁਸੀਂ ਥੋੜੀ ਇੰਡੀਆ ਦੀ ਨੀਤੀਆਂ ਥੋੜੀ ਕਹਿ ਸਕਦੇ ਨਾ, ਐਜੂਕੇਸ਼ਨ ਦੀਆਂ ਗਲਤ ਹੋ ਗਈਆਂ ਕਿ ਸਾਡਾ ਥੋੜਾ ਕੱਟ ਆਫ ਥੋੜਾ ਥੱਲੇ ਕਰਨਾ ਚਾਹੀਦਾ। ਜਦ ਜੇ ਟੈਸਟ ਹੋ ਰਿਹਾ ਨੀਟ ਦਾ ਜਾਂ ਕਿਸੇ ਦਾ ਵੀ, ਫਿਰ ਟੈਸਟ ਦੇ ਬੇਸ ਤੇ ਸਾਰਿਆਂ ਨੂੰ ਸੇਮ ਰੱਖਣਾ ਚਾਹੀਦਾ, ਇਹ ਤੁਸੀਂ ਕਹਿਣਾ ਚਾਹੁੰਦੇ? ਹਾਂ, ਇਹ ਮੈਨੂੰ ਵੀ ਥੋੜਾ ਜਿਹਾ ਇਨਜਸਟਿਸ ਲੱਗਦਾ, ਬਾਕੀ ਜੋ ਰੂਲ ਹੈ ਰੂਲ ਜਿਹੜੇ ਬਣੇ ਆ ਫਿਰ ਉਹਨਾਂ ਨੂੰ ਫੋਲੋ ਕਰਦੇ ਕਰਦੇ ਕੁਝ ਇਹਨਾਂ ਵਰਗੇ ਜਾਂ ਕੋਈ ਹੋਰ ਵੀ ਜਿਹੜੇ ਸਾਡੇ ਕੈਮਰੇ ਦੇ ਸਾਹਮਣੇ ਨਹੀਂ ਵੀ ਆਏ, ਉਹਨਾਂ ਦਾ ਵੀ ਹਾਲਤ ਖਰਾਬ ਹੋ ਚੁੱਕੀ ਹੈ। ਸੋ ਗਵਰਨਮੈਂਟ ਨੂੰ ਚਾਹੀਦਾ ਕਿ ਕੁਝ ਸੋਚੇ ਕਿ ਜਿਹੜੇ ਬ੍ਰੇਨ ਡਰੇਨ ਹੋ ਰਿਹਾ, ਬ੍ਰੇਨ ਡਰੇਨ ਪਤਾ ਨਾ ਤੁਹਾਨੂੰ? ਬ੍ਰੇਨ ਡਰੇਨ ਜੋ ਹੋ ਰਿਹਾ ਨਾ ਪੰਜਾਬ 'ਚ ਖਾਸ ਕਰਕੇ, ਮੈਂ ਕਈ ਸਟੂਡੈਂਟਸ ਨੂੰ ਮਿਲਦਾ, ਉਹਨਾਂ ਨੂੰ ਪੁੱਛਦਾ ਹਾਂਜੀ ਤੁਸੀਂ 10ਵੀਂ ਤੋਂ ਬਾਅਦ ਅੱਗੇ ਕੀ ਪਲਾਨ ਆ, 12ਵੀਂ ਤੋਂ ਬਾਅਦ ਕੀ ਕਰੋਗੇ, ਉਹ ਕੀ ਕਰੋਗੇ, ਇਹਦਾ ਉਹਨਾਂ ਦਾ ਆਨਸਰ ਹੁੰਦਾ ਕਿ ਅਸੀਂ ਬਾਹਰ ਜਾਵਾਂਗੇ, ਬਾਹਰ ਜਾਊਂਗੇ, ਕੁਝ ਕਰੂੰਗੇ ਨਹੀਂ ਹੁੰਦਾ, ਬਾਹਰ ਜਾ ਕੇ ਕੁਝ ਪੜੂੰਗੇ ਜਾਂ ਕੁਝ ਕਰੂੰਗੇ। ਮੈਂ ਉਹ ਪੁੱਛਦਾ, ਪਰ ਉਹਨਾਂ ਦਾ ਇੱਕ ਹੀ ਜਵਾਬ ਹੁੰਦਾ, ਅਸੀਂ ਬਾਹਰ ਜਾਊਂਗੇ, ਉੱਥੇ ਕਰ ਲਾਂਗੇ ਕੁਝ ਨਾ ਕੁਝ, ਕਿਉਂਕਿ ਇੱਥੇ ਬੱਚਿਆਂ ਨੂੰ ਆਪਣਾ ਕੋਈ ਫਿਊਚਰ ਨਜ਼ਰ ਨਹੀਂ ਆ ਰਿਹਾ, ਤੇ ਉਹ ਚਾਹੁੰਦੇ ਆ ਕਿ ਗਵਰਨਮੈਂਟ ਨੂੰ ਵੀ ਕੁਝ ਉਹਨਾਂ ਦਾ ਸੋਚੇ ਤਾਂ ਕਿ ਇਹ ਬ੍ਰੇਨ ਡਰੇਨ ਨਾ ਹੋਵੇ। ਨਹੀਂ ਤਾਂ ਇਨ ਫਿਊਚਰ 'ਚ ਬਿਨਾਂ ਬ੍ਰੇਨ ਤੋਂ ਜਿਹੜੇ ਸਾਡੇ ਕੋਲ ਬਚਣੇ ਆ ਇੱਥੇ, ਤਾਂ ਉਹ ਕਿੱਦਾਂ ਪੰਜਾਬ ਨੂੰ ਔਰ ਰੰਗਲਾ ਪੰਜਾਬ ਬਣਾ ਸਕਦੇ ਆ। ਸੋ ਇਹਦੇ ਨਾਲ ਹੀ ਆਪਾਂ ਆਪਣੀ ਗੱਲਬਾਤ ਨੂੰ ਖਤਮ ਕਰਦੇ ਹਾਂ। ਰੁਪਿੰਦਰ ਜੀ ਦੇ ਨਾਲ ਗੱਲ ਕਰਕੇ ਸਾਨੂੰ ਚੰਗਾ ਵੀ ਲੱਗਿਆ, ਇਹਨਾਂ ਨੂੰ ਦੇਖ ਕੇ ਵੀ, ਪਰ ਜਿਹੜੀ ਸੁਸਾਇਟੀ ਇਹਦੇ ਨਾਲ ਕਰ ਰਹੀ ਆ, ਜਾਂ ਇਹਨਾਂ ਦੇ ਤੁਹਾਡੇ ਥੋੜੇ ਮਿੱਤਰ ਵੀ ਹੋਣਗੇ ਪੁਰਾਣੇ ਇੱਥੇ ਨਾ, मैं जो एक्चुअली पुराने क्लासमेट? हाँ, मैं ज़्यादा एक्चुअली किसी ने गल ही नहीं करी, क्योंकि बहुत ज़्यादा सवाल करे क्यों आ गए, मतलब बहुत ज़्यादा क्वेश्चनिंग है हर एक। हाँ जी, लोगों को यही नहीं समझ आ रही कि क्यों आ गए, क्यों आ गए ਦਾ ਹੀ ਨਹੀਂ ਪਤਾ ਉਹਨਾਂ ਨੂੰ ਕਿ ਇੰਨੀ ਨਿਊਜ਼ਪੇਪਰ ਭਰਿਆ ਪਿਆ, ਉਹ ਨਿਊਜ਼ ਦੇਖੋ, ਬੰਬ ਚੱਲ ਰਿਹਾ, ਲੋਕੀ ਮਰ ਰਹੇ ਆ, ਹਾਲਾਤ ਖਰਾਬ ਹੋ ਰਹੇ, ਰੋਟੀ ਖਾਣ ਨੂੰ ਮਿਲ ਨਹੀਂ ਰਹੀ, ਤੇ ਉਹ ਇਹ ਪੁੱਛ ਰਹੇ ਕਿਉਂ ਆ ਗਏ। ਸੋ ਇਹ ਸਮਾਜ ਨੂੰ ਥੋੜਾ ਆਪਣੇ ਚੇਂਜ ਕਰਨ ਦੀ ਲੋੜ ਹੈ। ਜਿਹੜੇ ਪੜਨ ਗਏ ਵੀ ਆ, ਉਹਨਾਂ ਨੇ ਆ ਕੇ ਅੱਜ ਨਹੀਂ ਤੇ ਕੱਲ ਨੂੰ ਡਾਕਟਰ ਬਣ ਕੇ ਤੁਹਾਡੀ ਹੀ ਸੇਵਾ ਕਰਨੀ ਸੀ। ਹੁਣ ਜੇ ਥੋੜੀ ਪ੍ਰੋਬਲਮ ਆ ਗਈ ਆ ਤੇ ਕੋਈ ਐਡੀ ਵੱਡੀ ਗੱਲ ਨਹੀਂ, ਪ੍ਰੋਬਲਮ ਦਾ ਕੋਈ ਨਾ ਕੋਈ ਸੋਲੂਸ਼ਨ ਨਿਕਲ ਹੀ ਜਾਣਾ, ਤੇ ਉਹ ਆਪਾਂ ਆਉਣ ਵਾਲੇ ਟਾਈਮ 'ਚ ਸ਼ਾਇਦ ਦੇਖਾਂਗੇ ਇਹਨਾਂ ਨੂੰ ਡਾਕਟਰ ਬਣੇ, ਤੇ ਫਿਰ ਤੁਹਾਨੂੰ ਦੁਬਾਰਾ ਦਿਖਾਵਾਂਗੇ, ਇਹਨਾਂ ਨਾਲ ਗੱਲ ਕਰਾਂਗੇ ਜਦੋਂ ਡਾਕਟਰ ਬਣ ਕੇ ਆਏ। ਤੇ ਅੱਜ ਅਸੀਂ ਇੱਥੇ ਆਪਣੀ ਗੱਲਬਾਤ ਖਤਮ ਕਰਦੇ ਹਾਂ। ਤੇ ਰੁਪਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਟਾਈਮ ਕੱਢ ਕੇ, ਤੇ ਥੈਂਕ ਯੂ ਦਰਸ਼ਕੋ ਤੁਹਾਡਾ ਦੇਖਣ ਲਈ, ਧੰਨਵਾਦ।